ਜ਼ਰੂਰ 1-2 ਦਿਨਾਂ ਤੱਕ ਮੈਂ ਕੋਸ਼ਿਸ਼ ਕਰੂੰਗਾ, 2 ਮੈਕਸੀਮਮ 2 ਜਾਂ 3 ਦਿਨ ਤੱਕ ਮੈਂ ਉੱਥੇ ਜ਼ਰੂਰ ਹਾਜ਼ਰੀ ਲਵਾਊਂਗਾ। ਜਿਹੜੇ ਉੱਥੇ ਲੋਕ ਬੈਠੇ ਨੇ ਉਸ ਸੰਘਰਸ਼ ਦੇ ਵਿੱਚ, ਕਿਉਂਕਿ ਬਹੁਤ ਜ਼ਰੂਰੀ ਆ। ਜਿਹੜੀ ਉੱਥੇ ਇੱਕ ਸ਼ਰਾਬ ਦੀ ਫੈਕਟਰੀ ਦੇ ਨਾਲ ਇੰਨੇ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਤਬਾਹ ਹੋ ਰਹੀ ਹੈ। ਇਹ ਵੀ ਇੱਕ ਪਾਲਿਸੀ ਤਹਿਤ ਪੰਜਾਬ ਦੇ ਵਿੱਚ ਐਸੀ ਫੈਕਟਰੀਆਂ ਜਾਂ ਐਸੀ ਇੰਡਸਟਰੀ ਲਾਈ ਜਾਂਦੀ ਜਿਨ੍ਹਾਂ ਪੰਜਾਬ ਦਾ ਵਾਤਾਵਰਨ ਤਬਾਹ ਕੀਤਾ ਜਾ ਸਕੇ, ਲੋਕਾਂ ਨੂੰ ਭਾਂਤ-ਭਾਂਤ ਦੀਆਂ ਬਿਮਾਰੀਆਂ ਦਿੱਤੀਆਂ ਜਾ ਸਕਣ। ਤੇ ਇਹੋ ਜਿਹੀਆਂ ਫੈਕਟਰੀਆਂ ਨੂੰ ਜਦੋਂ ਕੈਂਸਰ ਦਾ ਗੜ੍ਹ ਬਣ ਜਾਂਦਾ ਇਲਾਕਾ, ਫਿਰ ਇਹ ਹਸਪਤਾਲ ਖੋਲ੍ਹ ਕੇ ਤੇ ਸੈਲੀਬ੍ਰੇਟ ਕਰਦੇ ਨੇ ਵੀ ਦੇਖੋ ਜੀ ਅਸੀਂ ਕਿੱਡੀ ਕਾਮਯਾਬੀ ਕਰ ਲਈ, ਪੰਜਾਬ ਨੂੰ ਕੈਂਸਰ ਦਾ ਹਸਪਤਾਲ ਦੇ ਦਿੱਤਾ। ਇਹ ਨਹੀਂ ਇਹ ਕਹਿੰਦੇ ਵੀ ਅਸੀਂ ਪੰਜਾਬ 'ਚੋਂ ਕੈਂਸਰ ਮੁਕਤ ਕਰ ਦਈਏ। ਜਿਹੜੀ ਇਹੋ ਜਿਹੀਆਂ ਫੈਕਟਰੀਆਂ ਨੇ ਜਿਹੜੀਆਂ ਕੈਂਸਰ ਪੈਦਾ ਕਰਦੀਆਂ, ਉਹਨਾਂ ਨੂੰ ਬੰਦ ਕਰ ਦਈਏ। ਸੋ ਮੈਂ ਜ਼ਰੂਰ ਇਹ ਬੇਨਤੀ ਕਰਨ ਵਾਲਾ ਇਹਦੇ 'ਚ ਮਸਲਾ ਕੋਈ ਨਹੀਂ, ਇਹਦੇ 'ਚ ਮੇਰਾ ਆਪਣਾ ਫਰਜ਼ ਬਣਦਾ ਹੈ। ਆਪਾਂ ਹੁਣ ਇੱਥੇ ਹਾਂ ਤੇ ਆਪਾਂ ਜ਼ਰੂਰ ਉਹਨਾਂ ਦੀ ਹਾਜ਼ਰੀ ਲਵਾਵਾਂਗੇ ਉੱਥੇ। ਹਾਂਜੀ ਬਾਬਾ ਜੀ, ਬਸ ਮੇਰੀਆਂ ਇੰਨੀਆਂ ਕੁ ਗੱਲਾਂ ਸੀ ਤੁਹਾਡੇ ਨਾਲ। ਬਾਕੀ ਇੱਕ ਜੇ ਆਪਾਂ ਇਹ ਤੋਂ ਪਹਿਲਾਂ ਜਥੇਬੰਦੀ ਦੇ ਪ੍ਰਧਾਨ ਤੇ ਪਹਿਲਾਂ ਵੇਖੀਏ ਤੇ ਤੁਸੀਂ ਸਾਡੇ ਛੋਟੇ ਭਰਾ ਹੋ। ਦੂਜੀ ਗੱਲ ਇਹ ਆ ਵੀ ਮੇਰੇ ਕੋਲ ਦੇ ਹੋ, ਆਪਾਂ ਤੁਹਾਡੇ ਨਾਲ ਹਰ ਪੈਰ ਦੇ ਉੱਤੇ ਖੜੇ ਆ, ਜਿੰਨੇ ਜੋਗੇ ਹੈਗੇ ਆ। ਆਪਣੇ ਭਰਾ ਨੂੰ ਕਦੀ ਪਿੱਠ ਨਹੀਂ ਵਿਖਾਵਾਂਗੇ। ਜਿੱਦਾਂ ਆਪਾਂ ਦੀਪ ਦਾ ਸਾਥ ਦਿੱਤਾ ਵਾ ਹਰੇਕ ਥਾਂ ਦੇ ਉੱਤੇ ਸੋਸ਼ਲ ਮੀਡੀਆ ਤੇ, ਉੱਦਾਂ ਵੀ ਜਿੱਥੇ ਕਿਤੇ ਉਹਨੇ ਸਾਨੂੰ ਕਿਹਾ ਵਾ ਤੇ ਆਪਾਂ ਉੱਥੇ ਪਹੁੰਚ ਕੀਤੀ ਆ। ਤੁਹਾਡੇ ਨਾਲ ਵੀ ਇੱਦਾਂ ਹੀ ਅਸੀਂ ਜਿੰਨਾ ਚਿਰ ਤੁਸੀਂ ਆਪਣੇ ਸਿਧਾਂਤਾਂ ਦੇ ਉੱਤੇ, ਸਿੱਖ ਸਿਧਾਂਤਾਂ ਦੇ ਉੱਤੇ ਪੰਜਾਬ ਦੇ ਲੋਕਾਂ ਲਈ, ਆਪਣੀ ਕੌਮ ਪ੍ਰਤੀ ਦ੍ਰਿੜ ਹੋ, ਆਪਾਂ ਵੀ ਨੰਗੇ ਧੜ ਆਪਣੇ ਬਿਨਾਂ ਕਿਸੇ ਆਪਣੇ ਫਾਇਦੇ ਨੁਕਸਾਨ ਨੂੰ ਸੋਚਿਆ ਤੁਹਾਡੇ ਨਾਲ ਖੜੇ ਆ। ਤੇ ਨਾਲ ਹੀ ਇੰਨੀ ਕੁ ਗੱਲ ਕਰਾਂਗੇ, ਜਿੱਥੇ ਸਾਨੂੰ ਲੱਗਾ ਵੀ ਸਾਡਾ ਭਰਾ ਥਿੜਕਦਾ ਵਾ ਜਾਂ ਜਿੱਥੇ ਸਾਡਾ ਭਰਾ ਮਤਲਬ ਵੀ ਗਲਤ ਰਸਤੇ ਤੇ ਆ, ਤੇ ਉੱਥੇ ਅੰਮ੍ਰਿਤਪਾਲ ਸਿੰਘ ਜੀ ਤੁਹਾਡਾ ਵਿਰੋਧ ਜਿਹੜਾ ਵਾ ਉਹ ਪਹਿਲੀਆਂ ਦੇ ਵਿੱਚ ਸਾਡੀ ਵੱਲੋਂ ਸ਼ੁਰੂ ਹੋਊਗਾ। ਸੋ ਇਹੋ ਮਾਲਕ ਅੱਗੇ ਅਰਦਾਸ ਕਰਦੇ ਆ ਕਿ ਭਰਾ ਸਾਡਾ ਇੱਕ ਜਿਹਦੇ ਰਸਤੇ ਤੇ ਹੋਣ ਵਾ, ਹਮੇਸ਼ਾ ਆਖਰੀ ਸਾਹ ਤੱਕ ਇਸ ਰਸਤੇ ਤੇ ਰਵੇ। ਉਮਰਾਂ ਲੰਮੀਆਂ ਜਾਂ ਛੋਟੀਆਂ ਹੋਣ ਦੇ ਨਾਲ ਕੋਈ ਬਹੁਤੇ ਫਰਕ ਨਹੀਂ ਪੈਂਦੇ। ਇੱਥੇ 7 ਸਾਲਾਂ ਦੇ 9 ਸਾਲਾਂ ਦੇ ਸਾਹਿਬਜ਼ਾਦਿਆਂ ਨੇ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਵਾ, ਉਹ ਸ਼ਹਾਦਤਾਂ ਜਿਹੜੀਆਂ ਵਾ ਕੋਈ ਇੱਥੇ 100 ਸਾਲ ਦੀ ਉਮਰ ਦੇ ਵਿੱਚ ਵੀ ਉਹ ਰੁਤਬੇ ਨਹੀਂ ਪਾ ਸਕਿਆ। ਸੋ ਪ੍ਰਮਾਤਮਾ ਜਿੰਨੀ ਕੁ ਉਮਰ ਤੁਹਾਨੂੰ ਬਖਸ਼ੇ, ਤੁਹਾਨੂੰ 100 ਸਾਲ ਬਖਸ਼ੇ, ਤੁਹਾਨੂੰ 2 ਸਾਲ ਬਖਸ਼ੇ, ਤੁਹਾਨੂੰ 10 ਸਾਲ ਬਖਸ਼ੇ, ਪਰ ਤੁਹਾਡਾ ਜਿਹੜਾ ਵਾ ਉਹ ਇੱਕ ਏਮ, ਤੁਹਾਡਾ ਨਿਸ਼ਚਾ ਤੇ ਤੁਹਾਡੀ ਜਿਹੜੇ ਕਦਮ ਆ ਉਹ ਸਿਰਫ ਆਪਣੇ ਲੋਕਾਂ ਲਈ, ਪੰਜਾਬ ਦੇ ਲੋਕਾਂ ਲਈ ਤੇ ਕੌਮੀ ਕਾਰਜਾਂ ਵੱਲ ਵਧਣ। ਇਹੋ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬਹੁਤ ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਸੰਗਤ ਵੱਲੋਂ ਪ੍ਰਸ਼ਨ ਹੀ ਵੀ ਸਿੱਖ ਡਾਇਸਪੋਰਾ ਨੂੰ, ਸਿੱਖ ਸਟਰਗਲ ਨੂੰ ਅੱਗੇ ਵਧਾਉਣ ਲਈ ਕੀ ਕਦਮ ਚੁੱਕਣੇ ਚਾਹੀਦੇ ਨੇ? ਦੇਖੋ, ਇਹ ਮੇਰੀ ਬੇਨਤੀ ਹੈ ਸਿੱਖ ਡਾਇਸਪੋਰਾ ਨੂੰ ਵੀ ਤੁਸੀਂ ਵੱਧ ਤੋਂ ਵੱਧ ਜਿਹੜਾ ਵਾ ਮੋਬਲਾਈਜ਼ ਹੋਵੋ, ਨੌਜਵਾਨ ਮੀਟਿੰਗਸ ਕਰਨ, ਜਥੇਬੰਦੀ ਨਾਲ ਵੀ ਜੁੜਨ, ਤੇ ਬਾਕੀ ਜਥੇਬੰਦੀਆਂ ਜਿਹੜੀ ਸਿੱਖਾਂ ਲਈ ਕੰਮ ਕਰਦੀਆਂ ਬੇਸ਼ੱਕ ਉਹਨਾਂ ਨਾਲ ਵੀ ਜੁੜਨ, ਪਰ ਮੀਟਿੰਗਸ ਜ਼ਰੂਰ ਕਰਨ, ਆਪਸ ਦੇ ਵਿੱਚ ਮਿਲ ਕੇ ਇਕੱਠੇ ਹੋਣ, ਇਕੱਠੇ ਹੋ ਕੇ ਪੰਜਾਬ ਦੇ ਹਾਲਾਤਾਂ ਦੇ ਉੱਤੇ ਜਿਹੜਾ ਵਾ ਉਹ ਆਪਣੀ ਸਮਝ ਜਿਹੜੀ ਆ ਉਹਦੇ ਮੁਤਾਬਕ ਉਹਨਾਂ ਨੂੰ ਵਾਚਣ। ਕਈ ਵਾਰ ਕੀ ਹੁੰਦਾ ਵੀ ਬਹੁਤ ਬੰਦੇ ਜਦੋਂ ਇਕੱਠੇ ਹੋ ਕੇ ਸਲਾਹ ਮਸ਼ਵਰਾ ਕਰਦੇ ਨੇ, ਸੋਚਦੇ ਨੇ, ਬ੍ਰੇਨ ਸਟੋਰਮਿੰਗ ਹੁੰਦੀ ਹੈ, ਉਦੋਂ ਕਈ ਮਸਲਿਆਂ ਦੇ ਹੱਲ ਜਿਹੜੇ ਸਾਨੂੰ ਨਹੀਂ ਪਤਾ ਉੱਦਾਂ ਵੀ ਨਿਕਲ ਆਉਂਦੇ ਨੇ। ਸੋ ਇਸ ਕਰਕੇ ਇਹ ਜ਼ਰੂਰੀ ਬੇਨਤੀ ਆ ਵੀ ਜਿਹੜੇ ਬਾਹਰ ਬੈਠੇ ਡਾਇਸਪੋਰਾ ਦੇ ਸਿੱਖ ਨੇ, ਉਹਨਾਂ ਨੂੰ ਐਕਟਿਵ ਹੋ ਕੇ ਵੀਕਲੀ ਜਾਂ ਮੰਥਲੀ ਇੱਕ ਵਾਰ ਇਕੱਠੇ ਹੋ ਕੇ ਮਿਲਣਾ ਚਾਹੀਦਾ ਹੈ ਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਉੱਤੇ, ਪੰਜਾਬ ਦੇ ਆਲੇ ਦੁਆਲੇ ਜਿਹੜੀ ਜੀਓ ਪੋਲੀਟਿਕਸ, ਇੰਡੀਆ ਦੀ ਜਿਹੜੀ ਇੰਟਰਨੈਸ਼ਨਲ ਜਿਹੜੀ ਜੀਓ ਪੋਲੀਟਿਕਸ, ਸਾਰਾ ਕੁਝ ਹੈ, ਇਹਦੇ ਇੰਟਰਨੈਸ਼ਨਲ ਰਿਲੇਸ਼ਨਸ਼ਿਪਸ ਆ ਦੂਜੇ ਮੁਲਕਾਂ ਦੇ ਨਾਲ, ਚੰਗੀ ਤਰ੍ਹਾਂ ਉਹਨਾਂ ਨੂੰ ਵਾਚ ਕੇ ਤੇ ਉਹ ਵੇਖਣਾ ਚਾਹੀਦਾ। ਦੂਜੀ ਗੱਲ ਹੈ ਜਿਹੜੀ ਤੀਸਰੀ ਗੱਲ ਹੈ ਉਹ ਇਹ ਆ ਵੀ ਜਿਹੜਾ ਡਾਇਸਪੋਰਾ ਸਿੱਖ ਨੌਜਵਾਨ ਨੇ, ਉਹਨਾਂ ਦੀ ਬੋਲੀਆਂ ਦੇ ਵਿੱਚ ਪਕੜ ਚੰਗੀ ਹੈ, ਅੰਗਰੇਜ਼ੀ ਦੇ ਨੇਟਿਵ ਸਪੀਕਰ ਨੇ ਉਹ, ਪੰਜਾਬੀ ਤੇ ਉਹਨਾਂ ਦੀ ਮਾਂ ਬੋਲੀ ਵੀ ਹੈ। ਸੋ ਉਹਨਾਂ ਨੂੰ ਮੀਡੀਆ ਦੀ ਲਾਈਨ ਦੇ ਵਿੱਚ ਜਾਂ ਜਿਹੜੀ ਨੈਰੇਟਿਵ ਬਿਲਡਿੰਗ ਦਾ ਕੰਮ ਹੈ, ਆਪਾਂ ਜਿਹੜਾ ਦੱਸਣਾ ਹੈ ਦੁਨੀਆ ਭਰ ਨੂੰ ਵੀ ਸਾਡੇ ਨਾਲ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ, ਉਹਦੀ ਗੱਲਬਾਤ ਲਈ ਆਪਣਾ ਮੀਡੀਆ ਪਲੇਟਫਾਰਮਸ ਖੜੇ ਕਰਨੇ ਚਾਹੀਦੇ ਆ, ਚਾਹੇ ਉਹ ਇੰਡੀਵਿਜੂਅਲ ਬੰਦੇ ਹੋਣ ਸੋਸ਼ਲ ਮੀਡੀਆ ਪਲੇਟਫਾਰਮ ਤੇ, ਜਾਂ ਉਹ ਕਿਸੇ ਤਰੀਕੇ ਦਾ ਇਲੈਕਟ੍ਰੋਨਿਕ ਮੀਡੀਆ, ਆਰਗੇਨਾਈਜ਼ਡ ਜਿਹੜਾ ਮੀਡੀਆ ਉਹ ਖੜਾ ਕਰਨ। ਸੋ ਇਹ ਆ ਵੀ ਜਿਹੜੇ ਬੰਦੇ ਇੰਟਰਸਟਡ ਹੋਣਗੇ ਉਹ ਜਥੇਬੰਦੀ ਨਾਲ ਸੰਪਰਕ ਕਰ ਲੈਣ ਤੇ ਉਹਨਾਂ ਨੂੰ ਮਤਲਬ ਅਸੀਂ ਗਾਈਡ ਜ਼ਰੂਰ ਕਰ ਦਾਂਗੇ ਵੀ ਇਹ ਕੰਮ ਕਿਵੇਂ ਕੀਤਾ ਜਾ ਸਕਦਾ। ਤੇ ਇੰਨਾ ਕੀ ਜਿਹੜਾ ਬਾਹਰ ਬੈਠਾ ਡਾਇਸਪੋਰਾ ਉਹਨੂੰ ਇੰਨਾ ਕਰਨ ਦੀ ਲੋੜ ਹੈ। ਹਾਂਜੀ ਵੀਰ ਜੀ, ਇੱਕ ਸਵਾਲ ਹੋਰ ਸੀ ਵੀ ਜਿਹੜਾ ਨੈਰੇਟਿਵ ਅਕਾਲ ਤਖਤ ਸਾਹਿਬ ਦੇ ਖਿਲਾਫ ਸਿਰਜਿਆ ਜਾ ਰਿਹਾ,
ਉਸ ਨੂੰ ਤੁਸੀਂ ਕਿੱਦਾਂ ਤੋੜ ਸਕਦੇ ਤੇ ਉਹਦੇ ਤੇ ਤੁਹਾਡਾ ਕੀ ਬਿਆਨ ਹੈ? ਕਿਹਦੇ ਖਿਲਾਫ ਸਿਰਜਿਆ ਜਾ ਰਿਹਾ? ਹਾਂਜੀ, ਅਕਾਲ ਤਖਤ ਸਾਹਿਬ ਦੇ। ਨਹੀਂ, ਦੇਖੋ, ਅਕਾਲ ਤਖਤ ਸਾਹਿਬ ਦੇ ਖਿਲਾਫ ਜਿਹੜਾ ਨੈਰੇਟਿਵ ਹੈ ਉਹ ਲੋਕ ਸਿਰਜ ਰਹੇ ਨੇ ਜਿਹੜੇ ਗੁਰਸਿੱਖੀ ਦੀ ਸੁਪਰੀਮੇਸੀ ਨੂੰ ਨਹੀਂ ਮੰਨਦੇ, ਜਾਂ ਜਿਨ੍ਹਾਂ ਦੇ ਮਨਾਂ 'ਚ ਕੋਈ ਭੁਲੇਖਾ ਹੈ, ਜਾਂ ਜਿਨ੍ਹਾਂ ਦੇ ਮਨਾਂ 'ਚ ਕੋਈ ਵਹਿਮ ਹੈ। ਉਹ ਲੋਕ ਅਕਾਲ ਤਖਤ ਦੇ ਬਰਾਬਰ ਦਿੱਲੀ ਦੇ ਤਖਤ ਨੂੰ ਖੜਾ ਕਰਨਾ ਚਾਹੁੰਦੇ ਨੇ। ਸੋ ਇਸ ਕਰਕੇ ਜਦੋਂ ਅਕਾਲ ਤਖਤ ਨੂੰ ਉਹ ਡੀਫੇਮ ਕਰਨਗੇ ਤੇ ਹੌਲੀ ਹੌਲੀ ਉਹਦੀ ਰਿਪਲੇਸਮੈਂਟ ਦੇ ਵਿੱਚ ਝੂਠੇ ਤਖਤ ਜਿਹੜੇ ਨੇ ਉਹ ਖੜੇ ਹੋਣਗੇ। ਤੇ ਇਹ ਲੋਕ ਇਹੋ ਕੁਛ ਕਰਨਾ ਚਾਹੁੰਦੇ ਨੇ। ਸਾਨੂੰ ਅਕਾਲ ਤਖਤ ਸਾਹਿਬ ਦੇ ਉੱਤੇ, ਹਾਂ, ਉੱਥੋਂ ਦੇ ਮੌਜੂਦਾ ਪ੍ਰਬੰਧਾਂ ਉੱਤੇ ਤੇ ਅਸੀਂ ਸਵਾਲ ਚੱਕ ਸਕਦੇ ਹਾਂ, ਪਰ ਅਕਾਲ ਤਖਤ ਸਾਹਿਬ ਦੀ ਹਸਤੀ ਦੇ ਉੱਤੇ, ਸ਼੍ਰੀ ਦਰਬਾਰ ਸਾਹਿਬ ਦੇ ਮਤਲਬ ਸਥਾਨ ਦੇ ਉੱਤੇ ਕੋਈ ਵੀ ਸਵਾਲ ਸ਼ੰਕਾ ਮਨ ਦੇ ਵਿੱਚ ਨਹੀਂ ਰੱਖਣਾ ਚਾਹੀਦਾ। ਇਹ ਮਹਾਰਾਜ ਦੇ ਹੁਕਮਾਂ ਦੇ ਅੰਦਰ ਹੀ ਸਾਰਾ ਕੁਝ ਹੋ ਰਿਹਾ ਹੈ। ਜੇ ਉੱਥੇ ਮਾੜੇ ਚੰਗੇ ਬੰਦੇ ਆਉਂਦੇ ਨੇ ਤੇ ਸਿੱਖਾਂ ਨੂੰ ਇਸ ਗੱਲ ਦਾ ਦਰਦ ਹੁੰਦਾ ਹੈ, ਤੇ ਸਿੱਖ ਵੀ ਆਪਣੇ ਚੋਂ ਚੰਗੇ ਲੀਡਰ ਪੈਦਾ ਕਰਕੇ, ਆਗੂ ਪੈਦਾ ਕਰਕੇ ਤੇ ਅਕਾਲ ਤਖਤ ਸਾਹਿਬ ਦੀ ਜਿਹੜੀ ਆ ਕਮਾਨ ਹੈ ਉਹਨਾਂ ਹੱਥ ਸੌਂਪਣਗੇ। ਸੋ ਇਹ ਆ ਵੀ ਆਪਾਂ ਇਹ ਜਿਹੜਾ ਪ੍ਰੋਪੇਗੈਂਡਾ ਸਰਕਾਰੀ ਵੀ ਕਿਸੇ ਦੀ ਜੇ ਗੁਰਦੁਆਰੇ ਦੇ ਵਿੱਚ ਕੋਈ ਚੰਗਾ ਪ੍ਰਬੰਧਕ ਨਹੀਂ ਤੇ ਉਹਦੀ ਆੜ ਦੇ ਵਿੱਚ ਗੁਰੂ ਘਰ ਨੂੰ ਭੰਨਣਾ, ਜੇ ਅਕਾਲ ਤਖਤ ਸਾਹਿਬ ਤੇ ਸਿੱਖ ਸੰਸਥਾਵਾਂ ਦੇ ਉੱਤੇ ਕੋਈ ਚੰਗੇ ਪ੍ਰਬੰਧਕ ਨਹੀਂ ਤਾਂ ਉਹਨਾਂ ਦੀ ਆੜ ਦੇ ਵਿੱਚ ਸੰਸਥਾਵਾਂ ਨੂੰ ਰੱਦ ਕਰਨ ਦੀ ਗੱਲ ਕਰਨੀ, ਇਹ ਮੇਰੇ ਖਿਆਲ ਨਾਲ ਇਹ ਸਰਕਾਰੀ ਪ੍ਰੋਪੇਗੈਂਡਾ, ਇਹ ਤੋਂ ਸਾਨੂੰ ਬਚਣਾ ਚਾਹੀਦਾ। ਹਾਂਜੀ ਵੀਰ ਜੀ, ਖਾੜਕੂ ਸੰਘਰਸ਼ ਦੇ ਸ਼ਹੀਦ ਸਿੰਘਾਂ ਬਾਰੇ ਤੁਹਾਡੀ ਜਥੇਬੰਦੀ ਵੱਲੋਂ ਕੋਈ ਨੂੰ ਜਾਗਰੂਕਤਾ ਕਰਨ ਲਈ ਕੋਈ ਪਲਾਨ ਉਸ ਬਾਰੇ ਸੰਗਤ ਨਾਲ ਜ਼ਰੂਰ ਸਾਂਝਾ ਕਰਿਓ ਜੀ। ਦੇਖੋ, ਖਾਲਸਾ ਸੰਘਰਸ਼ ਦੇ ਸ਼ਹੀਦ ਸਿੰਘਾਂ ਬਾਰੇ ਜਾਗਰੂਕਤਾ ਬਹੁਤ ਹੈਗੀ ਹੈ ਨੌਜਵਾਨਾਂ ਦੇ ਵਿੱਚ। ਸੋਸ਼ਲ ਮੀਡੀਆ ਦੇ ਥਰੂ ਬਹੁਤ ਨੌਜਵਾਨ ਜਿਹੜੇ ਨੇ ਆਲਰੇਡੀ ਜਾਣਦੇ ਨੇ ਸ਼ਹੀਦ ਸਿੰਘਾਂ ਨੂੰ। ਅਸੀਂ ਇਹ ਜ਼ਰੂਰ ਕੋਸ਼ਿਸ਼ ਕਰਾਂਗੇ ਵੀ ਨੌਜਵਾਨਾਂ ਨੂੰ ਉਹਨਾਂ ਦੇ ਸੰਘਰਸ਼ ਬਾਰੇ ਦੱਸਿਆ ਜਾਵੇ ਵੀ ਉਹਨਾਂ ਦਾ ਮਕਸਦ ਕੀ ਸੀ, ਉਹਨਾਂ ਨੇ ਜਿਹੜੀਆਂ ਆਪਣੀਆਂ ਸ਼ਹਾਦਤਾਂ ਕਿਉਂ ਦਿੱਤੀਆਂ, ਤੇ ਉਹਨਾਂ ਦਾ ਜਿਹੜਾ ਇੱਕ ਜਿਵੇਂ ਇਹ ਤੇ ਪਤਾ ਆਪ ਨੂੰ ਜਜ਼ਬੇ ਵਾਲਾ ਪੱਖ ਵੀ ਹੈਗਾ ਹੈ। ਉਹਨਾਂ ਦੀ ਪੋਲੀਟੀਕਲ ਮੈਚੋਰਿਟੀ ਜਿਹੜੀ ਕਿ ਕਿੱਡੀ ਜ਼ਬਰਦਸਤ ਸੀ, ਉਹ ਕਿੰਨੇ ਇੰਟੈਲੈਕਚੁਅਲ ਲੋਕ ਸਨ ਜਿਹੜੇ ਮਤਲਬ ਆਪਾਂ ਉਹਨਾਂ ਨੂੰ ਸਿਰਫ ਇਹ ਸਮਝਦੇ ਹਾਂ ਵੀ ਸ਼ਾਇਦ ਉਹਨਾਂ ਨੂੰ ਕੇਵਲ ਹਥਿਆਰ ਚਲਾਉਣੇ ਆਉਂਦੇ ਸਨ, ਪਰ ਜਿਹੜੀ ਉਹਨਾਂ ਦੀ ਪੋਲੀਟੀਕਲ ਮੈਚੋਰਿਟੀ ਤੋਂ ਲੈ ਕੇ ਉਹਨਾਂ ਦਾ ਜਿਹੜੀ ਅੰਡਰਸਟੈਂਡਿੰਗ ਹੈ ਤੇ ਉਹਨਾਂ ਦਾ ਜਿਹੜਾ ਫਿਊਚਰ ਵਿਜ਼ਨ ਸੀ ਉਹ ਇੰਨਾ ਜ਼ਬਰਦਸਤ ਸੀ ਵੀ ਅੱਜ ਉਹ ਜਦੋਂ ਪਿਕਚਰ 'ਚ ਆਊਟ ਹੋਇਆ ਤੇ ਪੰਜਾਬ ਨੂੰ ਇੰਨਾ ਵੱਡਾ ਨੁਕਸਾਨ ਹੋਇਆ ਉਸ ਤੋਂ ਬਾਅਦ 'ਚ ਵੀ ਜਿਹੜਾ ਕਈ ਵਾਰ ਰਿਵਰਸੀਬਲ ਵੀ ਨਹੀਂ ਲੱਗਦਾ। ਸੋ ਮੇਰੇ ਖਿਆਲ ਦੇ ਨਾਲ ਜਿਹੜਾ ਖਾੜਕੂਆਂ ਦਾ ਨਵਾਂ ਜਿਹੜਾ ਰੂਪ ਹੈ ਉਹ ਪੇਸ਼ ਕਰਨ ਦੀ ਲੋੜ ਹੈ, ਜਿਹਦੇ ਵਿੱਚ ਨੌਜਵਾਨ ਇਹ ਸਮਝ ਸਕਣ ਵੀ ਉਹ ਵੀ ਸਾਡੇ ਵਾਂਗੂ ਆਮ ਨੌਜਵਾਨ ਸਨ, ਉਹਨਾਂ ਦੇ ਵੀ ਘਰ-ਬਾਰ ਸਨ, ਉਹਨਾਂ ਦੇ ਵੀ ਮਾਂ ਪਿਓ ਸਨ, ਰਿਸ਼ਤੇਦਾਰ ਸਨ, ਪਰ ਉਹਨਾਂ ਨੇ ਕੌਮ ਨੂੰ, ਪੰਥ ਨੂੰ ਆਪਣੀ ਜਿਹੜੀ ਆ ਉਹ ਪ੍ਰਾਇਓਰਟੀ ਬਣਾ ਕੇ ਤੇ ਜਿਹੜਾ ਵਾ ਪੰਥ ਦੀ ਖਾਤਰ ਸਭ ਕੁਝ ਕੀਤਾ। ਉਹਨਾਂ ਦੇ ਪਰਿਵਾਰਾਂ ਦੇ ਵੀ ਕਈਆਂ ਦੇ ਪਰਿਵਾਰ ਲੱਗ ਗਏ, ਕਈਆਂ ਦੇ ਆਪਣੀਆਂ ਜਿਹੜੀਆਂ ਜ਼ਿੰਦਗੀਆਂ ਉਹ ਲੱਗ ਗਈਆਂ। ਪਰ ਅੱਜ ਜੋ ਕੁਛ ਪੰਜਾਬ ਦੇ ਵਿੱਚ ਬਚਿਆ ਹੈ, ਅੱਜ ਜੇ ਆਪਾਂ ਸਿੱਖ ਕਿਤੇ ਪੰਜਾਬ 'ਚ ਸਾਡੀ ਡੋਮੀਨੈਂਸ ਹੈਗੀ ਹੈ ਥੋੜ੍ਹੀ ਬਹੁਤ, ਉਹ ਖਾੜਕੂ ਜਿਹੜੇ ਸਿੰਘਾਂ ਦੀ ਦੇਣੀ ਹੈ। ਅਦਰਵਾਈਜ਼ ਪੰਜਾਬ ਦੇ ਵਿੱਚ ਸਾਡੀ ਬਿਲਕੁਲ ਅਸੀਂ ਇੱਕ ਜਿੱਦਾਂ ਮਾਈਕਰੋ ਮਿਨੋਰਿਟੀ ਬਣ ਕੇ ਪੰਜਾਬ 'ਚ ਵੀ ਰਹਿ ਜਾਣਾ ਸੀ। ਹਾਂਜੀ ਵੀਰ ਜੀ, ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਥੇਬੰਦੀ ਦਾ ਕੋਈ ਵਿਚਾਰ ਤੇ ਉਹਦੇ ਵਾਸਤੇ ਕੀ ਕੰਮ ਜਥੇਬੰਦੀ ਕੰਮ ਵਿਚਾਰ ਰਹੀ ਹੈ? ਦੇਖੋ, 26 ਤਰੀਕ ਨੂੰ ਜਿਹੜਾ ਵਾ ਬਾਈ ਦੀਪ ਚੰਡੀਗੜ੍ਹ ਲੈ ਕੇ ਗਏ ਸੀ ਮਾਰਚ ਗਵਰਨਰ ਕੋਲ। ਉਹ ਮਾਰਚ ਨੂੰ ਉਹਨਾਂ ਲੀਡ ਵੀ ਕੀਤਾ ਸੀ ਤੇ ਅੱਗੇ ਜਦੋਂ ਉਹ ਜਿਹੜਾ ਜਥਾ ਅੱਗੇ ਗਿਆ ਸੀ ਗਵਰਨਰ ਨੂੰ ਮਿਲਣ, ਉਹਦੇ 'ਚ ਵੀ ਬਾਈ ਦੀਪ ਗਏ ਸੀ, ਨਾਲ ਹੋਰ ਵੀ ਸਿੰਘ ਸਨ। ਉਹ ਸਾਡਾ ਆਲਰੇਡੀ ਪ੍ਰੋਗਰਾਮ ਸੀ ਬਾਅਦ 'ਚ ਉਹਨਾਂ ਦੀ ਸ਼ਹੀਦੀ ਤੋਂ ਬਾਅਦ 'ਚ ਉਹ ਜਿਹੜਾ ਉਹਨਾਂ ਨੇ 1 ਮਹੀਨੇ ਦਾ ਸਮਾਂ ਮੰਗਿਆ ਸੀ। ਹੁਣ ਅਸੀਂ ਮੁੜ ਗਵਰਨਰ ਨਾਲ ਵੀ ਮੁਲਾਕਾਤ ਕਰਾਂਗੇ ਤੇ ਗਵਰਨਰ ਨਾਲ ਮੁਲਾਕਾਤ ਕਰਕੇ, ਕਿਉਂਕਿ ਉਹਨਾਂ ਨੇ ਵਾਅਦਾ ਕੀਤਾ ਸੀ ਵੀ 25 ਸਾਲ ਤੋਂ ਉੱਪਰ ਵਾਲੇ ਜਿੰਨੇ ਵੀ ਸਿੰਘ ਨੇ ਉਹਨਾਂ ਨੂੰ ਸਾਰਿਆਂ ਨੂੰ ਰਿਹਾਅ ਕੀਤਾ ਜਾਊਗਾ, ਤੇ ਉਹ ਅਸੀਂ ਦੁਬਾਰਾ ਜਿਹੜਾ ਵਾ ਉਹ ਸੰਘਰਸ਼ ਵਿੱਢਾਂਗੇ। ਕਿਉਂਕਿ ਇਹ ਜ਼ਰੂਰੀ ਆ ਵੀ ਜਿਹੜਾ ਕਾਨੂੰਨ ਦੀ ਜਿਹੜੀ ਬਾਇਸਨੈਸ ਹੈ ਸਿੱਖਾਂ ਦੇ ਪ੍ਰਤੀ, ਉਹਨੂੰ ਚੈਲੰਜ ਵੀ ਕੀਤਾ ਜਾਵੇ ਤੇ ਉਹਨੂੰ ਐਕਸਪੋਜ਼ ਵੀ ਕੀਤਾ ਜਾਵੇ ਵੀ ਕਿਵੇਂ ਸਿੱਖਾਂ ਦੇ ਪ੍ਰਤੀ ਇਹੋ ਜਿਹੜਾ ਕਾਨੂੰਨ ਹੈ ਹਿੰਦੁਸਤਾਨ ਦਾ ਉਹ ਕਿੰਨਾ ਬਾਇਸਡ ਹੈ। ਪਿੱਛੇ ਜੇ ਇਹਨਾਂ ਨੇ ਜਿਹੜੇ ਗੁਜਰਾਤ ਦੇ ਦੰਗੇ ਹੋਏ ਸਨ, ਉਹਨਾਂ ਦੀ ਜਿਹੜੇ ਦੋਸ਼ੀ ਬਲਾਤਕਾਰੀ ਲੋਕ ਨੇ ਉਹਨਾਂ ਨੂੰ ਸਜ਼ਾਵਾਂ ਹੋਣ ਦੇ ਬਾਵਜੂਦ ਉਮਰ ਕੈਦਾਂ ਛੱਡ ਦਿੱਤਾ, ਰਿਹਾ ਕਰਤਾ ਹੈ। ਤੇ ਜਿਹੜੇ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਨੇ, ਹਾਲਾਂਕਿ ਉਹ ਕਿਸੇ ਕ੍ਰਿਮੀਨਲ ਨਹੀਂ ਹੈਗੇ,
ਪੋਲੀਟੀਕਲ ਪ੍ਰਿਜ਼ਨਰ ਤੇ ਕ੍ਰਿਮੀਨਲ ਦੇ ਵਿੱਚ ਬਹੁਤ ਫਰਕ ਹੁੰਦਾ ਹੈ। ਜਦੋਂ ਵੀ ਦੋਨਾਂ ਮੁਲਕਾਂ ਦੀ ਕੋਈ ਜੰਗ ਲੱਗਦੀ ਹੈ, ਰਾਜਸੀ ਕੈਦੀ ਬਣਦੇ ਨੇ, ਦੋਨਾਂ ਪਾਸਿਓਂ ਫੜੇ ਜਾਂਦੇ ਨੇ, ਪਰ ਜਦੋਂ ਜੰਗ ਮੁੱਕਦੀ ਹੈ ਤੇ ਉਹ ਉਹਨਾਂ ਨੂੰ ਰਿਹਾ ਵੀ ਕੀਤਾ ਜਾਂਦਾ ਹੈ। ਜਾਂ ਤੇ ਹਿੰਦੁਸਤਾਨ ਅਜੇ ਤੱਕ ਇਹ ਸਮਝ ਰਿਹਾ ਵੀ ਅਜੇ ਤੱਕ ਜੰਗ ਮੁੱਕੀ ਨਹੀਂ, ਜਿਹੜੀ ਸਾਡੇ ਵਾਸਤੇ ਚੰਗੀ ਗੱਲ ਹੈ। ਤੇ ਜੇ ਹਿੰਦੁਸਤਾਨ ਇਹ ਦਾਅਵਾ ਕਰਦਾ ਹੈ ਮੁਲਕ ਦੇ ਰੂਪ ਦੇ ਵਿੱਚ ਵੀ ਜੰਗ ਖਤਮ ਹੋ ਚੁੱਕੀ ਹੈ, ਤੇ ਫਿਰ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਜਿਹੜਾ ਵਾ ਇਹ ਸਿੱਖਾਂ ਨੂੰ ਸਿੱਖ ਬੰਦੀ ਸਿੰਘਾਂ ਨੂੰ ਛੱਡਣਾ ਚਾਹੀਦਾ। ਤੇ ਦੂਜੀ ਗੱਲ ਇਹ 'ਚ ਮੈਂ ਵੀ ਕਹਿਣਾ ਚਾਹੁੰਦਾ ਵੀ ਘੱਟੋ ਘੱਟ ਜਿਹੜੇ ਸਾਡੇ ਬੰਦੀ ਸਿੰਘ ਨੇ, ਭਾਈ ਹਵਾਰਾ ਨੇ ਜਾਂ ਦੂਜੇ ਹੋਰ ਨੇ, ਭਾਈ ਤਾਰਾ ਜੀ ਤੇ ਭਿਓਰਾ ਜੀ, ਉਹਨਾਂ ਨੂੰ ਪੰਜਾਬ ਦੇ ਵਿੱਚ ਸ਼ਿਫਟ ਕਰਨਾ ਚਾਹੀਦਾ ਹੈ। ਘੱਟੋ ਘੱਟ ਇਹਨਾਂ ਕੰਮ ਤੇ ਇਮੀਡੀਏਟ ਬੇਸਿਸ ਤੇ ਹੋਣਾ ਚਾਹੀਦਾ ਹੈ, ਕਿਉਂਕਿ ਉਹ ਪੰਜਾਬ ਤੋਂ ਬਾਹਰ ਕਿਉਂ ਜੇਲ੍ਹ ਕੱਟਣ। ਤੇ ਜੇ ਪੰਜਾਬ 'ਚ ਹੋਣਗੇ ਤੇ ਸਾਡਾ ਲੋਕਾਂ ਦਾ ਉਹਨਾਂ ਦੇ ਉਹ ਨੇੜੇ ਹੋਣਗੇ, ਉਹ ਪੰਜਾਬ ਦੀ ਧਰਤੀ ਤੇ ਹੋਣਗੇ, ਬੇਸ਼ੱਕ ਕੈਦ ਕੈਦ ਰਹਿਣਗੇ, ਪਰ ਅਸੀਂ ਹੋਰ ਸੰਘਰਸ਼ ਕਰਕੇ ਨੇੜੇ ਜੇ ਹੋਣਗੇ ਸਾਡੇ ਤੇ ਅਸੀਂ ਉਹਨਾਂ ਨੂੰ ਛੇਤੀ ਬਾਹਰ ਲੈ ਹਾਂਜੀ ਵੀਰ ਜੀ, ਬਰਗਾੜੀ ਮੋਰਚੇ ਦੇ ਵਿੱਚ ਜਥੇਬੰਦੀ ਵੱਲੋਂ ਜਿਹੜਾ ਗੁਰੂ ਗ੍ਰੰਥ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਲਈ ਮੋਰਚਾ ਲਗਾਇਆ ਗਿਆ ਹੈ ਜਥੇਬੰਦੀ ਵੱਲੋਂ ਤੇ ਹੋਰ ਸਿੰਘਾਂ ਵੱਲੋਂ, ਉਹ ਉਸ ਨੂੰ ਅੱਗੇ ਕਿਵੇਂ ਲੈ ਕੇ ਜਾਏਗੀ ਜਥੇਬੰਦੀ? ਨਹੀਂ, ਉਹ ਆਪਣੇ 'ਚ ਜਿਹੜੇ ਬਰਗਾੜੀ ਮੋਰਚਾ ਚਲਾ ਰਹੇ ਨੇ ਆਪਣੇ ਸੁਖਰਾਜ ਸਿੰਘ ਜੀ ਨਿਆਮੀ ਵਾਲੇ, ਉਹ ਵੀ ਆਪਣੇ 'ਚ ਬੈਠੇ ਨੇ ਸਪੀਕਰ ਪੈਨਲ 'ਚ। ਦੇਖੋ ਇਹ ਸਾਡੇ ਭਰਾ ਵੀ ਨੇ ਵੈਸੇ ਵੀ, ਤੇ ਜਥੇਬੰਦੀ ਦਾ ਵੀ ਹਿੱਸਾ ਨੇ। ਤੇ ਸਾਡੇ ਮਤਲਬ ਇਹ ਜਿਹੜਾ ਵਾ ਅਸੀਂ ਜੋ ਵੀ ਕੁਛ ਹੋਊਗਾ, ਕਿਉਂਕਿ ਇਨਸਾਫ ਅਸੀਂ ਵੈਸੇ ਕੋਈ ਬਹੁਤੀ ਉਮੀਦ ਤਾਂ ਨਹੀਂ ਕਰਦੇ ਹਕੂਮਤ ਤੋਂ ਵੀ ਸਾਨੂੰ ਇਨਸਾਫ ਦਊਗੀ, ਪਰ ਫਿਰ ਵੀ ਸਾਡਾ ਸੰਘਰਸ਼ ਕਰਨ ਦਾ ਫਰਜ਼ ਹੈ। ਉਹ ਸੰਘਰਸ਼ ਜਿਵੇਂ ਵੀ ਕਰਨਾ ਪਊਗਾ, ਜਿੱਦਾਂ ਵੀ ਕਰਨਾ ਪਊਗਾ, ਅਸੀਂ ਜ਼ਰੂਰ ਕਰਾਂਗੇ। ਤੇ ਬੇਨਤੀ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਇਹ ਜੀ ਆਪਣਾ ਕੀ ਸਭ ਦਾ ਮੋਰਚਾ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਹੈ, ਤੇ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਇਹ ਕਹੂੰਗਾ ਮੈਂ ਕੰਮ ਨਹੀਂ ਹੈ ਵੀ ਉਹਦੇ ਵੱਲੋਂ ਮੋਰਚਾ ਜਿਹੜਾ ਡਿਕਟੇਟ ਕੀਤਾ ਜਾ ਰਿਹਾ ਨਾ, ਇਹ ਆਪਣਾ ਸਭ ਦਾ ਮੋਰਚਾ ਤੇ ਆਪਣਾ ਬਣਦਾ ਯੋਗਦਾਨ ਪਾਉਣ ਦੇ ਲਈ ਆਪਾਂ ਆਪਣੀ ਉੱਥੇ ਆਪਦੀ ਇਨਵੋਲਵਮੈਂਟ ਹੈ ਜਿਹੜੀ ਵੱਧ ਕਰੀਏ। ਤੇ ਦੂਸਰੀ ਗੱਲ ਇਹ ਆ ਕਿ ਸਾਡਾ ਜਿਹੜਾ ਏਕਾ ਕਿਤੇ ਨਾ ਕਿਤੇ ਕੁਝ ਕੁ ਮਸਲਿਆਂ ਤੇ ਹੋਣਾ ਜ਼ਰੂਰੀ ਆ। ਸਿਧਾਂਤਕ ਜਿਹੜਾ ਜਿਵੇਂ ਗੁਰੂ ਸਾਹਿਬ ਦੀ ਬੇਅਦਬੀ ਤੇ ਗੱਲ ਕਰੀਏ ਤਾਂ ਸਭ ਦੇ ਸਾਂਝੇ ਆ। ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਹਰ ਇੱਕ ਪੰਜਾਬ ਦਾ ਮੈਂ ਸਮਝਦਾ ਸਿੱਖ ਚਾਹੁੰਦਾ ਕਿ ਬੰਦੀ ਸਿੰਘ ਬਾਹਰ ਆਉਣੇ ਚਾਹੀਦੇ ਆ। ਜੇ ਪੰਜਾਬ ਦੇ ਪਾਣੀਆਂ ਦੀ ਗੱਲ ਕਰੀਏ ਤਾਂ ਉਹ ਵੀ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਆ। ਸੋ ਇਹ ਏਦਾਂ ਦੇ ਮੁੱਦਿਆਂ ਤੇ ਸਾਡਾ ਜਿਹੜਾ ਏਕਾ ਹੋਣਾ ਬਹੁਤ ਲਾਜ਼ਮੀ ਆ। ਤਾਂ ਇਸ ਮੋਰਚੇ ਵੱਲੋਂ ਕਾਲ ਵੀ ਜਿਹੜੀ ਬਹੁਤ ਤਾਂ ਤੇ ਇਹੀ ਆ ਕਿ ਸਰਕਾਰ ਪਾਸੋਂ ਸਾਨੂੰ ਇਨਸਾਫ ਦੀ ਉਮੀਦ ਨਹੀਂ ਆ, ਇਹ ਪਹਿਲਾਂ ਵੀ ਕਹਿ ਚੁੱਕੇ ਆ ਤੇ ਹੁਣ ਵੀ ਕਹਿੰਦੇ ਆ। ਪਰ ਜੇ ਸਾਡਾ ਇੱਥੇ ਏਕਾ ਹੋਊਗਾ ਤਾਂ ਫਿਰ ਸਰਕਾਰ ਕੋਈ ਵੀ ਆਵੇ, ਸਾਡਾ ਚੈਲੰਜ ਆ ਅਸੀਂ ਸਿਸਟਮ ਵਰਸ ਪੰਥ ਲੈ ਕੇ ਚੱਲਾਂਗੇ। ਜਿੰਨਾ ਟਾਈਮ ਸਾਡਾ ਪੰਥ ਵਰਸਸ ਸਿਸਟਮ ਨਹੀਂ ਹੁੰਦਾ ਨਾ, ਉਹਨਾਂ ਸਮਾਂ ਸਾਨੂੰ ਜਿਹੜਾ ਇਸ ਹਕੂਮਤ ਪਾਸੋਂ ਇਨਸਾਫ ਨਹੀਂ ਮਿਲਣਾ। ਤੇ ਹਕੂਮਤ ਦੇ ਜਿੰਨਾ ਟਾਈਮ ਧੌਣ ਤੇ ਗੋਡਾ ਨਹੀਂ ਰੱਖਦੇ ਅਸੀਂ, ਉਹਨਾਂ ਸਮਾਂ ਉਹਨੇ ਸਾਡੇ ਉਸ ਮਸਲਿਆਂ ਦਾ ਹੱਲ ਨਹੀਂ ਕਰਨਾ ਜਿੰਨਾ ਸਮਾਂ ਸਾਡਾ ਏਕਾ ਨਹੀਂ ਹੁੰਦਾ। ਸੋ ਸਾਰਿਆਂ ਨੂੰ ਮੈਂ ਇਹੀ ਕਹਾਂਗਾ ਕਿ ਸਾਡਾ ਜਿਹੜਾ ਇਹਨਾਂ ਗੱਲਾਂ ਤੇ, ਜਾਂ ਜਿਵੇਂ ਬਾਈ ਨੇ ਪਹਿਲਾਂ ਗੱਲ ਕੀਤੀ ਆ ਕਿ ਸਾਡੇ ਸੰਘਰਸ਼ ਜਾਂ ਅਸੀਂ ਜਿੰਨਾ ਕਰਕੇ ਹੈਗੇ ਆ, ਸਾਡੀ ਹੋਂਦ ਜਿੰਨਾ ਕਰਕੇ ਹੈਗੀ, ਸੰਤਾਂ ਦੀ ਗੱਲ ਕਰੀਏ ਜਾਂ ਉਸ ਤੋਂ ਬਾਅਦ ਦੇ ਸਿੰਘ ਸ਼ਹੀਦ ਹੋਏ ਆ ਜਿਹੜੇ ਇਸ ਲੜੀ ਦੇ ਤਹਿਤ, ਤਾਂ ਉਹ ਅੱਜ ਦਾ ਨਹੀਂ, ਇਹ 47 ਤੋਂ ਲੈ ਕੇ ਸਾਡੇ ਜਦੋਂ ਤੋਂ ਸਾਡਾ ਖਾਲਸਾ ਰਾਜ ਗਿਆ ਉਦੋਂ ਤੋਂ ਸਿੱਖਾਂ ਦੇ ਨਾਲ ਧੱਕੇ ਹੁੰਦੇ ਆ ਰਹੇ। ਆਪਾਂ ਗੱਲ ਕਰਾਂਗੇ ਤਾਂ ਸਾਡਾ ਏਕਾ ਹੀ ਨਹੀਂ ਹੋ ਸਕਿਆ। ਸੋ ਮੈਂ ਬਾਈ ਵੱਲੋਂ ਵੀ ਇੱਕ ਬੇਨਤੀ ਵੀ ਕਰਦਾ ਤੇ ਬਾਈ ਨਾਲ ਹੀ ਆ ਅੰਮ੍ਰਿਤਪਾਲ ਬਾਈ ਹੋਣੀ, ਸੋ ਸਾਡੀ ਜਿਹੜੀ ਪਹਿਲ ਕਦਮੀ ਵੀ ਹੋਊਗੀ। ਹਾਂਜੀ, ਬਹੁਤ ਬਹੁਤ ਧੰਨਵਾਦ ਸੁਖਰਾਜ ਵੀਰ ਜੀ। ਤੇ ਵੀਰ ਜੀ ਇੱਕ ਹੋਰ ਕੁਐਸਚਨ ਆਇਆ ਸੀ ਵੀ ਜਥੇਬੰਦੀ ਦੇ ਨਾਲ ਨੌਜਵਾਨਾਂ ਨੂੰ ਜੁੜਨ ਦੀ ਕਿਸ ਤਰੀਕੇ ਨਾਲ ਨੌਜਵਾਨ ਤੁਹਾਡੇ ਤੱਕ ਪਹੁੰਚ ਕਰ ਸਕਦੇ ਨੇ? ਦੇਖੋ ਉਹਦੇ ਲਈ ਨਾ ਮੇਰੇ ਮੈਂ ਗੁਰੋਜਲਾ ਭਾਜੀ ਇੱਥੇ ਨੇ, ਕਾਲੋ ਸਾਹਿਬ ਤੁਸੀਂ ਹੋ, ਗੁਰਪ੍ਰੀਤ ਸਿੰਘ ਆਪਣੇ ਤਰਨਤਾਰਨ ਸਾਹਿਬ ਦੇ ਜ਼ਿਲ੍ਹੇ ਦੇ ਮੁੱਖ ਸੇਵਾਦਾਰ ਨੇ। ਇਹਨਾਂ ਸਾਰਿਆਂ ਦੇ ਸੋਸ਼ਲ ਮੀਡੀਆ ਹੈਂਡਲ ਵੀ ਹੈਗੇ ਨੇ ਤੇ ਗੁਰਬਾਈ ਖਾਸ ਕਰਕੇ ਸਾਰਾ ਕੁਝ ਮੈਨੇਜ ਵੀ ਕਰਦੇ ਨੇ। ਸੋ ਮੇਰੀ ਨੌਜਵਾਨਾਂ ਨੂੰ ਇਹੋ ਬੇਨਤੀ ਹੈ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰੋ ਤੇ ਆਪਾਂ ਜਿੱਥੇ ਵੀ ਨੌਜਵਾਨ ਮਿਲਣਾ ਚਾਹੁੰਦੇ ਨੇ ਉਹ ਆਪਣੇ ਨੇੜਲੇ ਗੁਰੂ ਘਰ ਦੇ ਵਿੱਚ ਕਿਤੇ ਵੀ
ਨੌਜਵਾਨ ਇਕੱਠੇ ਹੋ ਕੇ ਤੇ ਕੋਈ ਪ੍ਰੋਗਰਾਮ ਉਲੀਕਣਗੇ ਤੇ ਅਸੀਂ ਕੋਸ਼ਿਸ਼ ਕਰਾਂਗੇ 100% ਵੀ ਉੱਥੇ ਅਸੀਂ ਪਹੁੰਚ ਸਕੀਏ। ਮੈਂ ਆਪਣੇ ਵੱਲੋਂ ਤੇ ਉੱਥੇ ਪਹੁੰਚ ਕੇ ਅਸੀਂ ਨੌਜਵਾਨਾਂ ਨਾਲ ਮਿਲ ਸਕੀਏ ਤੇ ਉਹਨਾਂ ਦੇ ਪਿੰਡ ਦੇ ਵਿੱਚ ਜਿਵੇਂ ਇਕਾਈ ਸਥਾਪਿਤ ਕਰਕੇ ਜਾਂ ਉਹਨਾਂ ਦੇ ਪਿੰਡ 'ਚ ਆਪਣੀ ਜਥੇਬੰਦੀ ਦਾ ਪਲੇਟਫਾਰਮ ਖੜਾ ਕਰਕੇ ਤੇ ਉਹਨਾਂ ਨੂੰ ਆਪਣੇ ਨਾਲ ਜੋੜ ਸਕੀਏ। ਹਾਂਜੀ, ਮੇਰੀ ਆਵਾਜ਼ ਆ ਜੀ? ਆ ਰਹੀ ਆ ਆ ਰਹੀ ਆ ਬਾਈ ਜੀ। ਹਾਂਜੀ, ਵੀਰ ਜੀ, ਪੰਜਾਬ ਦੇ ਪਾਣੀਆਂ ਦੇ ਉੱਤੇ ਸਵਾਲ ਪੁੱਛ ਰਹੀ ਸੀ ਸੰਗਤ, ਜਿਵੇਂ ਕਿ ਨੰਗਲ ਡੈਮ ਦੇ ਉੱਤੇ ਪੰਜਾਬ ਦਾ ਕੋਈ ਵੀ ਬੋਰਡ ਮੈਂਬਰ ਨਹੀਂ ਰਹਿਣ ਦਿੱਤਾ, ਉਸ ਦੇ ਉੱਤੇ ਜਥੇਬੰਦੀ ਵੱਲੋਂ ਕੋਈ ਸਟੇਟਮੈਂਟ? ਨਹੀਂ, ਉਹ ਮੈਂ ਸਟੇਟਮੈਂਟ ਮੇਰੇ ਖਿਆਲ ਨਾਲ ਪਹਿਲਾਂ ਦਿੱਤੀ ਹੋਈ ਆ ਵੀ ਦੇਖੋ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈਗੀ। ਪੰਜਾਬ ਦੇ ਨੰਗਲ ਬੋਰਡ ਮੈਂਬਰ ਤੇ ਛੱਡੋ, ਪੰਜਾਬ ਦੇ ਵਿੱਚ ਬਹੁਤੀਆਂ ਯੂਨੀਵਰਸਿਟੀਆਂ 'ਚ ਪੰਜਾਬੀ ਕੋਈ ਨਹੀਂ ਰਹਿਣ ਦਿੱਤਾ ਉਹਨਾਂ ਨੇ। ਉਹ ਤੋਂ ਬਾਅਦ 'ਚ ਪੰਜਾਬ ਦੀਆਂ ਬਹੁਤੀਆਂ ਬੈਂਕਾਂ ਜਾਂ ਇਹੋ ਜਿਹੇ ਵਪਾਰਕ ਅਦਾਰੇ ਜਿਹੜੇ ਨੇ ਸਾਰੇ, ਉਹਨਾਂ 'ਚ ਕੋਈ ਨਹੀਂ ਉਹਨਾਂ ਨੇ ਪੰਜਾਬੀ ਰਹਿਣ ਦਿੱਤਾ। ਸੋ ਇਸ ਮਸਲੇ ਨੂੰ ਤੇ ਬਹੁਤ ਵੱਡੇ ਪੱਧਰ ਤੇ ਇਹਦੇ ਸੰਘਰਸ਼ ਹੋਣਾ ਚਾਹੀਦਾ ਵੀ ਪੰਜਾਬ ਕੇਵਲ ਪੰਜਾਬੀਆਂ ਦਾ ਹੈ, ਇੱਥੇ ਸਿਰਫ ਪੰਜਾਬੀਆਂ ਨੂੰ ਹੀ ਮੌਕਾ ਮਿਲਣਾ ਚਾਹੀਦਾ ਹੈ ਜਿਹੜੀ ਗੈਰ ਸਰਕਾਰੀ ਤੇ ਸਰਕਾਰੀ ਦੋਨਾਂ ਨੌਕਰੀਆਂ ਦੇ ਵਿੱਚ। ਜੇ ਇਹ ਕਹਿੰਦੇ ਨੇ ਵੀ ਸਕਿੱਲਡ ਦੀ ਕਮੀ ਹੈ ਪੰਜਾਬ 'ਚ ਤੇ ਸਕਿੱਲ ਵਰਕਸ਼ਾਪਸ ਲਾਉਣ, ਪੰਜਾਬ ਦੇ ਨੌਜਵਾਨਾਂ ਨੂੰ ਟ੍ਰੇਨ ਕਰਨ, ਇਹ ਸਾਰਾ ਕੁਝ ਕਰਕੇ ਤੇ ਫਿਰ ਇਹ ਨੌਜਵਾਨਾਂ ਨੂੰ ਮੌਕਾ ਦੇਣ। ਜਿਹੜਾ ਬਾਹਰੋਂ ਲਿਆ ਕੇ ਲੋਕਾਂ ਨੂੰ ਇੱਥੇ ਵਸਾਇਆ ਜਾ ਰਿਹਾ ਤੇ ਨੌਕਰੀਆਂ ਪੇਸ਼ੇ ਦਿੱਤੇ ਜਿਹੜਾ ਉਹਨਾਂ ਨੂੰ ਲਾਇਆ ਜਾ ਰਿਹਾ, ਇਹਦੇ ਨਾਲ ਪੰਜਾਬ ਦਾ ਡੈਮੋਗ੍ਰਾਫਿਕ ਚੇਂਜ ਜਿਹੜਾ ਹੋ ਰਿਹਾ ਉਹ ਸਿਰਫ ਤੇ ਸਿਰਫ ਸਿੱਖਾਂ ਨੂੰ ਮਿਨੋਰਿਟੀ ਬਣਾਉਣ ਦੇ ਕਰਕੇ ਕੀਤਾ ਜਾ ਰਿਹਾ। ਸੋ ਇਹਨੂੰ ਪਛਾਣ ਕੇ ਇਹ ਸਾਰਾ ਕੁਝ ਜੈਨੋਸਾਈਡਲ ਪਾਲਿਸੀ ਦਾ ਹਿੱਸਾ ਹੋਣ ਦੇ ਕਰਕੇ ਇਹਨੂੰ ਸਾਨੂੰ ਪਛਾਣਨਾ ਚਾਹੀਦਾ ਤੇ ਇਸ ਨੂੰ ਪਛਾਣ ਕੇ ਸਾਨੂੰ ਇਹਦੇ ਖਿਲਾਫ ਸੰਘਰਸ਼ ਜਿਹੜਾ ਵੱਢਣਾ ਚਾਹੀਦਾ। ਹਾਂਜੀ ਵੀਰ ਜੀ, ਸੰਗਤ ਵੱਲੋਂ ਬੇਨਤੀ ਸੀ ਵੀ ਜਦੋਂ ਅੰਮ੍ਰਿਤਪਾਨ ਕਰਨ ਜਾਣਾ ਤੇ ਉਸ ਤੋਂ ਪਹਿਲਾਂ ਜ਼ਰੂਰ ਸੰਗਤ ਨੂੰ ਸੋਸ਼ਲ ਮੀਡੀਆ ਰਾਹੀਂ ਸਾਰੇ ਨੌਜਵਾਨਾਂ ਨੂੰ ਜੋੜਿਆ ਜਾਵੇ ਨਾਲ, ਉਹਦੇ ਨਾਲ ਵੱਧ ਤੋਂ ਵੱਧ ਸਿੰਘ ਦੇਖੋ ਅਸੀਂ ਇੱਕ ਤੁਹਾਡੇ ਨਾ ਨਾਲ ਜਾਣ। ਸਪੈਸ਼ਲ ਫੋਨ ਨੰਬਰ ਲਾਂਚ ਕਰਾਂਗੇ ਛੇਤੀ, ਕੱਲ ਨੂੰ ਜਾਂ ਪਰਸੋਂ ਨੂੰ। ਉਸ ਤੇ ਜਿਹੜੇ ਵੀ ਨੌਜਵਾਨ ਅੰਮ੍ਰਿਤਪਾਨ ਕਰਨਾ ਚਾਹੁੰਦੇ ਨੇ, ਜਿਹੜੇ ਨੌਜਵਾਨ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਚਰਨਾਂ 'ਚ ਲਾਉਣਾ ਚਾਹੁੰਦੇ ਨੇ, ਜਾਂ ਜਿਹੜੇ ਕੌਮ ਦੇ ਲਈ ਆਪਣਾ ਸਭ ਕੁਝ ਜਿਹੜਾ ਕੁਰਬਾਨ ਕਰਨ ਨੂੰ ਤਿਆਰ ਨੇ, ਉਹ ਨੌਜਵਾਨ ਸੰਪਰਕ ਕਰਨ ਤੇ ਆਪਾਂ ਜਥੇ ਦੇ ਰੂਪ 'ਚ ਇਕੱਠੇ ਜਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਪਾਨ ਕਰਾਂਗੇ। ਤੇ ਇਹ ਆਪਾਂ ਮਤਲਬ ਨੰਬਰ ਜਿਹੜਾ ਵਾ ਕੱਲ ਨੂੰ ਜਾਂ ਪਰਸੋਂ ਨੂੰ ਇਹ ਕਰਾਂਗੇ ਜਨਤਕ, ਤੇ ਉਹਦੇ ਤੇ ਤੁਸੀਂ ਕਾਲ ਕਰਕੇ ਜਾਂ ਮੈਸੇਜ ਕਰਕੇ ਆਪਣਾ ਡਿਟੇਲ ਲਿਖਾ ਸਕਦੇ ਹੋ। ਹਾਂਜੀ ਵੀਰ ਜੀ, ਇੱਕ ਪ੍ਰਸ਼ਨ ਇਹ ਸੀ ਵੀ ਜਦੋਂ ਵੀ ਕਿਸੇ ਸ਼ਹਿਰ ਜਾਂ ਪਿੰਡ ਦੇ ਵਿੱਚ ਜਾਣਾ ਹੋਵੇ, ਉਸ ਤੋਂ ਇੱਕ ਦਿਨ ਪਹਿਲਾਂ ਅਨਾਉਂਸ ਕਰ ਦਿੱਤਾ ਜਾਵੇ ਸੋਸ਼ਲ ਮੀਡੀਆ ਤੇ ਉਸ ਜ਼ਿਲ੍ਹੇ ਦੇ ਪ੍ਰਧਾਨ ਨੂੰ ਦੱਸ ਦਿੱਤਾ ਜਾਵੇ ਕਿ ਸਾਰੀ ਸੰਗਤ ਤੁਹਾਨੂੰ ਆਸਾਨੀ ਦੇ ਨਾਲ ਮਿਲ ਸਕੇ। ਇਸ ਦੇ ਉੱਤੇ ਤੁਹਾਡੀ ਕੋਈ ਸਟੇਟਮੈਂਟ ਤੇ ਜ਼ਰੂਰ ਦੱਸੋ ਸੰਗਤ। ਦੇਖੋ 1 ਤਰੀਕ ਤੱਕ ਥੋੜੇ ਰੁਝੇਵੇਂ ਆ, ਉਸ ਤੋਂ ਬਾਅਦ 'ਚ ਆਪਾਂ ਜਨਤਕ ਪ੍ਰੋਗਰਾਮ ਜਿਹੜੇ ਆ ਉਹ ਸਾਰੇ ਐਲਾਨ ਕਰਕੇ ਹੀ ਕਰਾਂਗੇ, ਅਨਾਉਂਸ ਕਰਕੇ। ਤੇ ਉਹ ਆਪਾਂ 1 ਤਰੀਕ ਤੋਂ ਬਾਅਦ ਜਿਹੜੇ ਵੀ ਪ੍ਰੋਗਰਾਮ ਹੋਣਗੇ ਉਹਦੇ ਬਾਰੇ ਆਪਾਂ ਸੋਸ਼ਲ ਮੀਡੀਆ ਤੇ ਸੂਚਨਾ ਦੇਈ ਜਾਵਾਂਗੇ। ਇਹੀ ਮੈਂ ਨਾਲ ਇਹਦੇ ਐਡ ਕਰਨ ਲੱਗਿਆ ਸੀ, 1 ਤਰੀਕ ਨੂੰ ਬਾਈ ਬੇਅਦਬੀ ਇਨਸਾਫ ਮੋਰਚੇ ਇੱਥੇ ਬਹਿਬਲ ਆ ਰਹੇ ਆ। ਹਾਂਜੀ, ਇਹ ਮੈਂ ਆਪਣੇ ਵੱਲੋਂ ਕਹਿ ਦੇਵਾਂ ਗੱਲ ਵੀ 1 ਤਰੀਕ ਨੂੰ ਜਿਹੜਾ ਬਹਿਬਲ ਵਿਖੇ ਜਿਹੜਾ ਮੋਰਚਾ ਲੱਗਾ ਹੈ, ਉੱਥੇ 1 ਤਰੀਕ ਨੂੰ ਆਪਣੀ ਹਾਜ਼ਰੀ ਹੈ, ਕਿਉਂਕਿ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਤੇ ਉਹ ਉੱਥੇ ਆਪਾਂ ਹਾਜ਼ਰੀ ਵੀ ਲਵਾਉਣੀ ਹੈ। ਤੇ ਸੰਗਤਾਂ ਨੂੰ ਇਹ ਅਪੀਲ ਹੈ ਵੀ ਬਹੁਤ ਲੰਮਾ ਸਮਾਂ ਹੋਊਗਾ ਮੋਰਚਾ ਲੱਗੇ ਨੂੰ, ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। ਸੋ ਆਪਾਂ ਉੱਥੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚੀਏ ਤੇ ਮੈਂ ਆਪ ਵੀ ਉੱਥੇ ਜਿਹੜਾ ਵਾ ਉਹ ਪਹੁੰਚਣਾ। ਸੋ ਆਪਾਂ ਉੱਥੇ ਵੱਧ ਤੋਂ ਵੱਧ ਗਿਣਤੀ 'ਚ ਪਹੁੰਚ ਕੇ ਜਿਹੜਾ ਮੋਰਚੇ ਦਾ ਸਹਿਯੋਗ ਕਰੀਏ। ਇੱਕ ਬੇਨਤੀ ਹੋਰ ਸੀ ਬਾਈ, ਆਪਣੇ ਨਾ ਮੈਸੇਜ ਮੈਂ ਵੀ ਰੀਡ ਕਰ ਰਹੇ ਥੋੜੇ ਜਿਹੇ ਯਾਰ। ਆਪਾਂ ਬਾਈ ਸੋਚ ਦਾ ਦਾਇਰਾ ਥੋੜਾ ਵੱਡਾ ਕਰੀਏ ਯਾਰ। ਜੇ ਕੋਈ ਕੌਮ ਪ੍ਰਤੀ, ਪੰਜਾਬ ਪ੍ਰਤੀ, ਪੰਥ ਪ੍ਰਤੀ ਕੁਛ ਕਰਨਾ ਚਾਹੁੰਦਾ ਤਾਂ ਗਰਾਊਂਡ ਖੁੱਲਾ ਬਾਈ, ਆਪਾਂ ਉਧਰ ਨੂੰ ਆਈਏ ਹਨਾ। ਇੱਕ ਦੂਜੇ ਤੇ ਦੂਸ਼ਣਬਾਜ਼ੀ ਲਾ ਕੇ ਨਾ ਉਹਦਾ ਮਨੋਬਲ ਡੇਗਣ ਦੀ ਕੋਸ਼ਿਸ਼ ਕਰੀਏ। ਜੇ ਕੋਈ ਬੰਦਾ ਆਪਣੇ ਆਪ 'ਚ ਕੁਛ ਕਰਨ ਦੀ ਸਮਰੱਥਾ ਰੱਖਦਾ ਹਨਾ, ਅਸੀਂ ਉਹਦਾ ਸਹਿਯੋਗ ਕਰਾਂਗੇ ਵੱਧ ਚੜ ਕੇ ਸਾਰੇ ਪਾਸਿਓਂ ਹੀ, ਜਿਵੇਂ ਸਾਥੋਂ ਹੋਊਗਾ। ਜਥੇਬੰਦੀ ਤੌਰ ਤੇ, ਇੰਡੀਵਿਜੂਅਲ ਤੌਰ ਤੇ ਹਰ ਇੱਕ ਤਰ੍ਹਾਂ ਦਾ ਸਹਿਯੋਗ ਕਰਾਂਗੇ। ਪਰ ਬਈ
ਪੰਜਾਬ ਦੇ ਵਿੱਚ ਅੱਗੇ ਹੀ ਬਹੁਤ ਲੋਕ ਦੁਫਾੜ ਹੋਏ ਪਏ ਆ। ਅਸੀਂ ਜਥੇਬੰਦੀਆਂ ਦੇ ਏਕੇ ਦੀ ਗੱਲ ਕਰ ਰਹੇ ਹਾਂ, ਇਕੱਠੇ ਕਰਨ ਦੀ ਗੱਲ ਕਰ ਰਹੇ ਹਾਂ, ਪਰ ਕੁਛ ਕੁ ਵੀਰ ਭਰਾ ਪਤਾ ਕਰਦੇ ਇਹਨਾਂ ਨੇ ਕੁਛ ਕਰਨਾ ਨਹੀਂ, ਏਦਾਂ ਇਹ ਨਹੀਂ, ਇਹ ਗੱਲਾਂ ਯਾਰ ਨਹੀਂ ਸ਼ੋਭਾ ਦਿੰਦੀਆਂ। ਇਹ ਕਰਦਿਆਂ ਹੀ ਆਪਾਂ ਅੱਗੇ ਬਹੁਤ ਲੇਟ ਹੋ ਚੁੱਕੇ ਹਾਂ। ਸੋ ਥੋੜੀ ਸੋਚ ਦਾ ਦਾਇਰਾ ਵੱਡਾ ਕਰਕੇ ਥੋੜਾ ਗਰਾਊਂਡ ਨੂੰ ਆਪਣੇ ਨੂੰ ਮਤਲਬ ਵਧੀਆ ਤਰੀਕੇ ਦੇ ਨਾਲ ਆਪਾਂ ਚੱਲੀਏ ਤਾਂ ਪੰਜਾਬ ਦੇ ਵਿੱਚ ਕੁਝ ਵੀ ਇਹ ਗੱਲ ਨਹੀਂ ਹੈ ਵੀ ਜਿਹੜੀ ਪੋਸੀਬਲ ਨਾ ਹੋਵੇ ਸਾਡੇ ਵਾਸਤੇ। ਸਾਡੇ ਤੇ ਡਿਪੈਂਡ ਕਰਦਾ, ਸਾਡੀ ਸੋਚ ਤੇ ਡਿਪੈਂਡ ਕਰਦਾ। ਅਸੀਂ ਇੱਕ ਰਾਜਨੀਤਿਕ ਲੋਕ ਏਕਾ ਕਰੀ ਬੈਠੇ ਆ। ਤੁਸੀਂ ਅੱਜ ਦੀ ਲਾ ਲਓ, ਅੱਜ ਮੋਦੀ ਦੀ ਫੇਰੀ ਸੀ ਹਨਾ, ਜੋ ਵੀ ਸੀਗਾ ਉਹਦੇ ਚ ਸਾਰੇ ਹੀ ਗਏ ਨਾ, ਅਕਾਲੀ ਕਾਂਗਰਸੀ ਆਪ ਵਾਲੇ ਦੂਜੇ ਤੀਜੇ, ਜੇ ਪੋਲੀਟੀਕਲੀ ਗੱਲ ਕਰੀਏ ਵੀ ਸਾਰੇ ਗਏ ਆ। ਤਾਂ ਉਹਨਾਂ ਦਾ ਇੱਕ ਰਾਜਨੀਤਿਕ ਲੋਕਾਂ ਦਾ ਇੱਕ ਆ, ਤੇ ਸਾਡਾ ਲੋਕਾਂ ਦਾ, ਆਮ ਸਿੱਖਾਂ ਦਾ ਸਾਡਾ ਏਕਾ ਨਹੀਂ ਹੋ ਸਕਦਾ ਕਿ ਸਾਡੇ ਗੁਰੂ ਦੀ ਬੇਅਦਬੀ ਨੂੰ ਤਕਰੀਬਨ 7.5 ਸਾਲ ਦਾ ਸਮਾਂ ਹੋ ਗਿਆ ਤਾਂ ਇਹ ਇਨਸਾਫ ਹੀ ਨਹੀਂ ਦੇ ਰਹੇ, ਇਹ ਇਸ ਤੇ ਗੱਲ ਨਹੀਂ ਕਰ ਰਹੇ, ਇਹ ਸਟੇਟਮੈਂਟ ਨਹੀਂ ਦੇ ਰਹੇ। ਇਹ 4 ਕੁ ਬੰਦੇ ਆ ਜਿਹੜੇ ਦੋਸ਼ੀ ਆ, ਸਾਨੂੰ ਪਤਾ ਸਭ ਨੂੰ ਵੀ ਕੌਣ ਆ, ਤੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਨਹੀਂ ਕਰ ਸਕਦੇ ਇਹ ਸਿਸਟਮ ਦੇ ਵਿੱਚੋਂ ਨਿਕਲੀ ਹੋਈਆਂ ਸਰਕਾਰਾਂ। ਤੇ ਅਸੀਂ ਉਹਨਾਂ ਦੀ ਭੂਮਿਕਾ ਨਿਭਾ ਰਹੇ ਹਾਂ। ਜਿਹੜਾ ਸਰਕਾਰ ਨੂੰ ਕੰਮ ਕਰ ਰਿਹਾ, ਸਾਡੇ ਹੀ ਲੋਕ, ਸਾਡੇ ਹੀ ਪਹਿਰਾਵੇ ਵਾਲੇ ਲੋਕ, ਸਾਡੇ ਹੀ ਵਿਰੋਧੀ ਧਿਰ ਬਣ ਕੇ ਉਹਨਾਂ ਦੀ ਭੂਮਿਕਾ ਨਿਭਾ ਰਹੇ ਆ ਕਿ ਇਹਨਾਂ ਨੇ ਨਹੀਂ ਕੁਛ ਕਰਨਾ ਹਨਾ। ਸੋ ਮਨੋਬਲ ਡੇਗਣ ਦੀ ਗੱਲ ਨਾ ਕਰਿਆ ਕਰੋ ਵੀਰੇ। ਸਾਰਿਆਂ ਲਈ ਪੰਥ ਸਭ ਦਾ, ਗੁਰੂ ਗ੍ਰੰਥ ਸਾਹਿਬ ਸਭ ਦਾ। ਸੋ ਜਿਹਦਾ ਜਿਵੇਂ ਜੀ ਕਰਦਾ ਆਪਣੀ ਆਪਣੀ ਬਣਦੀ ਭੂਮਿਕਾ ਨਿਭਾਵੇ। ਇੱਕ ਦੂਜੇ ਤੇ ਦੂਸ਼ਣ ਲਾਉਣ ਦੀ ਬਜਾਏ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਚੱਲੀਏ। ਹਾਂਜੀ, ਧੰਨਵਾਦ ਵੀਰ ਸੁਖਰਾਜ ਜੀ। ਅੰਮ੍ਰਿਤਪਾਲ ਵੀਰ ਜੀ, ਆਪ ਜੀ ਨੂੰ ਇੱਕ ਹੋਰ ਪ੍ਰਸ਼ਨ ਸੀ ਸੰਗਤ ਵੱਲੋਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲਾ ਦੀਆਂ ਚਾਲਾਂ ਹਜੇ ਵੀ ਚੱਲ ਰਹੀਆਂ ਨੇ, ਤੇ ਉਸ ਨੂੰ ਕਿਸ ਤਰੀਕੇ ਨਾਲ ਹੈਂਡਲ ਕਰਨਾ ਚਾਹੀਦਾ, ਕਾਨੂੰਨੀ ਤਰੀਕੇ ਨਾਲ ਜਾਂ ਸੰਗਤ ਨੂੰ ਆਪ ਵੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ? ਦੇਖੋ, ਗੁਰਦੁਆਰਾ ਸਿੱਖਾਂ ਦੀ ਸੋਵਰਨ ਪਲੇਸ ਹੈ। ਉਹਦੇ ਅੰਦਰ ਕੀ ਕਾਨੂੰਨ ਲਾਗੂ ਹੁੰਦਾ ਇਹ ਸਿੱਖ ਤੈਅ ਕਰਦੇ ਆਏ ਨੇ ਸਦੀਆਂ ਤੋਂ। ਤੇ ਗੁਰੂ ਪ੍ਰਤੀ ਸਿੱਖਾਂ ਦੀ ਕੀ ਮਰਿਆਦਾ ਹੈ, ਗੁਰੂ ਦੇ ਸੁਰੱਖਿਆ ਘੇਰਾ ਕਿਵੇਂ ਦਾ ਹੋਣਾ ਚਾਹੀਦਾ, ਇਹ ਸਾਰਾ ਕੁਝ ਤੈਅ ਕਰਨ ਦਾ ਅਧਿਕਾਰ ਕੇਵਲ ਤੇ ਕੇਵਲ ਸਿੱਖਾਂ ਕੋਲ ਹੈ। ਕਾਨੂੰਨ ਇੱਥੇ ਰਾਜ ਕਿਸੇ ਹੋਰ ਦਾ ਹੈ, ਅਨਫੋਰਚੂਨੇਟਲੀ ਸਾਡਾ ਰਾਜ ਨਹੀਂ। ਇਸ ਕਰਕੇ ਅਸੀਂ ਕਿਸੇ ਵੇਲੇ ਜਸਟਿਸ ਲਈ ਉਹਨਾਂ ਤੇ ਰਿਲਾਈ ਕਰਦੇ ਹਾਂ ਤੇ ਪ੍ਰੋਟੈਕਸ਼ਨ ਵਾਸਤੇ ਵੀ, ਪਰ ਬਾਕੀ ਚੀਜ਼ਾਂ ਦੀ ਪ੍ਰੋਟੈਕਸ਼ਨ ਵਾਸਤੇ ਬੇਸ਼ੱਕ ਉਹਨਾਂ ਤੇ ਰਿਲਾਈ ਕਰੀਏ, ਸਾਨੂੰ ਕਦੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਾਖੀ ਵਾਸਤੇ, ਉਹਨਾਂ ਦੇ ਪਹਿਰੇ ਵਾਸਤੇ ਕਦੀ ਵੀ ਸਰਕਾਰ ਦੇ ਉੱਤੇ ਜਾਂ ਕਿਸੇ ਤੰਤਰ ਤੇ, ਕਿਸੇ ਹਕੂਮਤ ਦੇ ਉੱਤੇ, ਜਿਹੜੀ ਖਾਲਸਾ ਹਕੂਮਤ ਨਹੀਂ ਆ, ਉਹਦੇ ਤੇ ਕਦੇ ਵੀ ਰਿਲਾਈ ਨਹੀਂ ਕਰਨਾ ਚਾਹੀਦਾ, ਡਿਪੈਂਡੈਂਟ ਨਹੀਂ ਰਹਿਣਾ ਚਾਹੀਦਾ। ਪਿੰਡ ਦੇ ਵਿੱਚ ਜੇ 5 ਗੁਰੂ ਘਰ ਨੇ ਤੇ 5 ਗੁਰੂ ਘਰਾਂ ਦੇ ਵਿੱਚ 2 ਸਿੰਘ ਤਿਆਰ ਹੋ ਕੇ ਹਰ ਗੁਰੂ ਘਰ ਦੇ ਵਿੱਚ ਰਹਿਣ, ਇੱਕ ਸਿੰਘ ਪਹਿਰੇ ਤੇ ਰਵੇ ਹਮੇਸ਼ਾ, ਤੇ ਕਿੰਨੇ ਸਮੇਂ ਬਾਅਦ ਵਾਰੀ ਆਊਗੀ। ਸੋ ਆਪਾਂ ਜਿਹੜਾ ਵਾ ਇਹੋ ਜਿਹਾ ਕੋਈ ਸਿਸਟਮ ਤਿਆਰ ਕਰੀਏ ਜਿੱਥੇ ਸਾਨੂੰ ਕਿਸੇ ਦਾ ਮੁਹਤਾਜ ਨਾ ਹੋਣਾ ਪਵੇ, ਨਾ ਬੇਅਦਬੀ ਹੋਵੇ, ਨਾ ਸਾਨੂੰ ਇਨਸਾਫ ਮੰਗਣਾ ਪਵੇ। ਤੇ ਜਿਹੜਾ ਵੀ ਇਹ ਅਸੀਂ ਐਲਾਨੀਆ ਤੌਰ ਤੇ ਗੱਲ ਕਹਿਣੀ ਸਾਨੂੰ ਚਾਹੀਦੀ ਹੈ ਸਮੂਹ ਜਥੇਬੰਦੀਆਂ ਨੂੰ, ਵੀ ਜਿਹੜਾ ਵੀ ਗੁਰੂ ਘਰ ਦੇ ਵਿੱਚ ਕਿਸੇ ਗਲਤ ਮਨਸ਼ਾ ਨਾਲ ਦਾਖਲ ਹੁੰਦਾ, ਉਹਦਾ ਅੰਜਾਮ ਉਹੀ ਹੋਊਗਾ ਜਿਹੜਾ ਦਰਬਾਰ ਸਾਹਿਬ, ਸ੍ਰੀ ਦਰਬਾਰ ਸਾਹਿਬ ਵਿਖੇ ਉਹ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦਾ ਹੋਇਆ ਸੀ। ਇਹਦੇ 'ਚ ਕੋਈ ਕਿਸੇ ਨੂੰ ਭਰਮ ਭੁਲੇਖਾ ਨਾ ਹੋਵੇ। ਤੇ ਇਹ ਕੰਮ ਉਦੋਂ ਹੋਊਗਾ ਜਦੋਂ ਅਸੀਂ ਇਹ ਸਮਝ ਲਾਂਗੇ ਵੀ ਗੁਰੂ ਸਾਹਿਬ ਦਾ ਪਹਿਰਾ ਕਿੰਨਾ ਜ਼ਰੂਰੀ ਹੈ, ਵੀ ਅਸੀਂ ਉਹਨਾਂ ਦੇ ਪਹਿਰੇ ਤੇ ਰਹਿਣਾ, ਉਹਨਾਂ ਦੀ ਸੇਵਾ ਦੇ ਵਿੱਚ ਰਹਿਣਾ, ਇਹ ਸਭ ਤੋਂ ਜ਼ਰੂਰੀ ਕੰਮ ਹੈ। ਹਾਂਜੀ ਵੀਰ ਜੀ, ਸੰਗਤ ਵਿੱਚ ਆਪ ਜੀ ਦੀ ਸਿਕਿਉਰਿਟੀ ਨੂੰ ਲੈ ਕੇ ਬਹੁਤ ਜ਼ਿਆਦਾ ਕੰਸਰਨ ਹੈ, ਉਹਦੇ ਉੱਤੇ ਵੀ ਕੋਈ ਆਪ ਜੀ ਸਟੇਟਮੈਂਟ ਦੇ ਦਿਓ ਤੇ ਫਿਰ ਆਪਾਂ ਅਗਲੇ ਪ੍ਰਸ਼ਨਾਂ ਨੂੰ। ਦੇਖੋ, ਸਿਕਿਉਰਿਟੀ ਮਹਾਰਾਜ ਕਿਰਪਾ ਕਰਨ, ਸ਼ਹੀਦ ਸਿੰਘ ਜਿਹੜਾ ਵਾ ਆਪਣਾ ਪਹਿਰਾ ਰੱਖਣ, ਤੇ ਬਾਕੀ ਜਿਹੜੀ ਸਾਡੇ ਹੱਥ ਵੱਸ ਹੋਊਗਾ ਜੋ ਵੀ ਅਰੇਂਜਮੈਂਟ ਸਿਕਿਉਰਿਟੀ ਦੇ ਕਰਨੇ, ਉਹ ਅਸੀਂ ਆਪਣੇ ਵੱਲੋਂ ਕਰਾਂਗੇ। ਬਾਕੀ ਤੇ ਜੋ ਲਿਖਿਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹੀ ਹੋਣਾ। ਤੇ ਉਹ ਪਰ ਜੋ ਵੀ ਅਸੀਂ ਸੰਗਤ ਦੇ ਕੰਸਰਨ ਨੇ ਉਹ ਅਸੀਂ ਸਮਝਦੇ ਹਾਂ, ਤੇ ਉਹਦੇ ਤੇ ਜ਼ਰੂਰ ਅਸੀਂ ਮਤਲਬ ਜੋ ਸਾਡੇ ਕੋਲ ਸਰਦਾ ਬਣਦਾ ਹੋਊਗਾ ਉਹ ਕਰਾਂਗੇ। ਹਾਂਜੀ ਵੀਰ ਜੀ, ਤੇ ਤੁਹਾਡੇ ਨਾਲ ਸੰਗਤ ਈਜ਼ੀਲੀ ਕੰਟੈਕਟ ਕਿਸ ਤਰ੍ਹਾਂ ਕਰ ਸਕਦੀ ਹੈ, ਤੇ ਇੱਕ ਆਪਣੇ ਪੇਜ ਪਲੀਜ਼ ਅਪ ਟੂ ਡੇਟ ਰੱਖੋ, ਇਹ ਵੀ ਸੰਗਤ ਵੱਲੋਂ ਬੇਨਤੀ ਹੈ ਜੀ। ਮੈਂ ਅਸਲ 'ਚ ਨਾ ਜਿਹੜਾ ਵਾ ਅਸੀਂ ਨੰਬਰ, ਮੇਰੇ ਜਿਹੜੇ ਨਾਲ ਸਿੰਘ ਨੇ, ਮੈਂ ਉਹਨਾਂ 2-3 ਸਿੰਘਾਂ ਦਾ ਨੰਬਰ ਜਿਹੜਾ ਵਾ ਉਹ ਜਨਤਕ ਕਰ ਦੂੰਗਾ, ਤੇ ਉਹ ਫਿਰ ਸੰਗਤ ਕਾਲ ਕਰ ਸਕਦੀ ਹੈ ਤੇ ਮੇਰੇ ਨਾਲ ਗੱਲ ਹੋ ਜਾ ਕਰੂਗੀ ਜੇ ਮੈਂ ਉਸ ਮੌਕੇ ਤੇ ਵਿਹਲਾ ਹੋਇਆ। ਅਦਰਵਾਈਜ਼ ਉੱਥੇ ਵਟਸਐਪ ਤੇ ਆਪਣਾ, ਉਹਨਾਂ ਨੰਬਰਾਂ ਤੇ ਵਟਸਐਪ ਤੇ ਆਪਣਾ ਮੈਸੇਜ ਤੁਸੀਂ ਛੱਡ ਸਕਦੇ ਹੋ,
ਤੇ ਦੂਜੀ ਗੱਲ ਇਹ ਆ ਵੀ ਪੇਜ ਵੀ ਮੈਂ ਮੇਰੇ ਕੋਲ ਟਾਈਮ ਘੱਟ ਗਿਆ ਹੈ ਥੋੜ੍ਹਾ ਜਿਹਾ, ਮੈਂ ਆਪਣੇ ਕੋਲ ਟਾਈਮ ਨਹੀਂ ਹੁੰਦਾ, ਪਰ ਮੈਂ ਕੋਸ਼ਿਸ਼ ਕਰੂੰਗਾ ਵੀ ਕਿਸੇ ਦੀ ਡਿਊਟੀ ਲਾ ਕੇ ਤੇ ਉਹਨਾਂ ਨੂੰ ਮੈਂ ਕਹੂੰਗਾ ਵੀ ਬੇਨਤੀ ਕਰਕੇ ਵੀ ਤੁਸੀਂ ਮੇਰਾ ਜਿਹੜੀ ਐਕਟੀਵਿਟੀ ਹੈ ਜਿਹੜਾ ਪਰਸਨਲ ਪੇਜ ਹੈ ਜਥੇਬੰਦੀ ਦਾ ਪੇਜ ਤੇ ਆਲਰੇਡੀ ਅਪਡੇਟ ਹੁੰਦਾ, ਪਰਸਨਲ ਪੇਜ ਤੇ ਵੀ ਅਪਡੇਟ ਕਰੀ ਜਾਓ ਨਾਲ ਦੀ ਨਾਲ। ਹਾਂਜੀ, ਦਲਜੀਤ ਸਿੰਘ ਕਲਸੀ ਵੀਰ ਜੀ ਆਪਣੇ ਨਾਲ ਜੁੜੇ। ਕਲਸੀ ਵੀਰ ਜੀ ਆਪ ਜੀ ਰੱਖਿਓ ਆਪਦੇ ਵਿਚਾਰ, ਫਿਰ ਆਪਾਂ ਗੁਰਪ੍ਰੀਤ ਸਿੰਘ ਵੀਰ ਜੀ ਹਾਲ ਚਲੀ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਨਾ ਇਸ ਸਮੇਂ ਬਾਹਰ ਹੈਗਾ, ਮਾਰਕੀਟ 'ਚ ਹਾਂ, ਤੇ ਥੋੜੀ ਦੇਰ ਤੱਕ ਮੈਂ ਆ ਕੇ ਗੱਲ ਕਰਦਾ, ਤਾਂ ਤੱਕ ਤੁਸੀਂ ਕੰਟੀਨਿਊ ਰੱਖੋ। ਵਾਹਿਗੁਰੂ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਪ੍ਰੀਤ ਵੀਰ ਜੀ, ਆਪ ਜੀ ਦੇ ਵਿਚਾਰ ਰੱਖੋ ਤੇ ਫਿਰ ਆਪਾਂ ਸੰਗਤ ਚ ਥੋੜੇ ਜਿਹੇ ਸੰਗਤ ਦੇ ਉੱਤੇ ਰਹਿ ਕੇ ਪ੍ਰਸ਼ਨ ਪੁੱਛ ਕੇ ਤੇ ਆਪਾਂ ਰੂਮ ਐਂਡ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੇਨਤੀ ਇਸ ਤਰ੍ਹਾਂ ਸੀ ਕਿ ਬਹੁਤ ਸਾਰੇ ਵੀਰਾਂ ਦੇ ਭਰਾਵਾਂ ਦੇ ਫੋਨ ਆ ਰਹੇ ਨੇ ਕਿ ਕਿਉਂਕਿ ਜਦੋਂ ਦੇ ਵੀਰ ਅੰਮ੍ਰਿਤਪਾਲ ਸਿੰਘ ਜੀ ਆਏ ਨੇ ਤੇ ਸਾਰਿਆਂ ਨੂੰ ਬੜਾ ਉਤਸ਼ਾਹ ਹੈ ਕਿ ਉਹਨਾਂ ਨੂੰ ਮਿਲੀਏ ਤੇ ਉਹਨਾਂ ਨਾਲ ਵਿਚਾਰ ਵਟਾਂਦਰੇ ਕਰੀਏ ਜਥੇਬੰਦੀ ਬਾਰੇ। ਤੇ ਉਹਨਾਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਕਰ ਰਹੇ ਹਾਂ ਕਿ ਥੋੜ੍ਹਾ ਸਮਾਂ ਦਿਓ, ਕਿਉਂਕਿ ਉਹ ਬਹੁਤ ਸਾਰੇ ਪ੍ਰਬੰਧ ਤੁਹਾਨੂੰ ਪਤਾ ਕਿ ਜਿੱਥੇ ਆਪਾਂ ਕਿੱਥੇ ਮਿਲਣਾ, ਕਿਹੜੀ ਜਗ੍ਹਾ 'ਤੇ ਮਿਲਣਾ, ਜਾਂ ਕਿੱਦਾਂ ਪ੍ਰਬੰਧ ਅੱਗੇ ਕਰਨੇ ਆ, ਆਪਾਂ ਜ਼ਿਲ੍ਹਾ ਵਾਈਜ਼ ਜਿਹੜੀ ਲੋਕਾਂ ਨਾਲ ਮੀਟਿੰਗ ਰੱਖਣੀ ਆ ਜਾਂ ਪਿੰਡੋ ਪਿੰਡੀ ਜਾਣਾ, ਜਿੱਦਾਂ ਵੀ ਆ ਉਹ ਸਾਰੀ ਜਥੇਬੰਦੀ ਮੀਟਿੰਗ ਕਰਕੇ ਇੱਕ ਤੇ ਫਿਰ ਆਪਾਂ ਅੱਗੇ ਵਿਚਾਰ ਕਰ ਲਵਾਂਗੇ। ਤੇ ਉਹਨਾਂ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਹੁਣ ਵੀਰ ਜੀ ਤੁਹਾਡੇ ਵਿੱਚ ਹੀ ਨੇ, ਇੱਥੇ ਹੀ ਸੇਵਾ ਵਾਸਤੇ ਉਹ ਪਹੁੰਚੇ ਨੇ, ਤੇ ਕਿਉਂਕਿ ਕਈਆਂ ਨੂੰ ਇੱਦਾਂ ਲੱਗ ਰਿਹਾ ਵੀ ਸ਼ਾਇਦ ਉਹ ਕਿ ਥੋੜ੍ਹੇ ਸਮੇਂ ਵਾਸਤੇ ਆਏ ਨੇ, ਪਰ ਨਹੀਂ, ਉਹ ਇੱਥੇ ਹੀ ਨੇ ਤੇ ਸੰਗਤ ਦੀ ਸੇਵਾ 'ਚ ਹੀ ਹਾਜ਼ਰ ਨੇ। ਤੇ ਬਹੁਤ ਜਲਦੀ ਜਿਹੜਾ ਆ ਉਹ ਆਪਾਂ ਜਿੱਦਾਂ 1 ਤਰੀਕ ਤੋਂ ਸ਼ੁਰੂ ਕਰ ਰਹੇ ਹਾਂ ਬਾਈਬਲ ਕਲਾਂ, ਤੇ ਪਹਿਲਾਂ ਜਿਹੜੇ ਚਾਹਵਾਨ ਆ ਮਿਲਣ ਦੇ ਉਹ ਉੱਥੇ ਪਹੁੰਚਣ 1 ਤਰੀਕ ਨੂੰ, ਨਾਲੇ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਸਾਡੇ ਸ਼ਹੀਦਾਂ ਦੀ ਇਨਸਾਫ ਵਾਸਤੇ ਮੋਰਚਾ ਲੱਗਾ ਹੈ, ਤਾਂ ਉਹਦੇ 'ਚ ਆਪਾਂ ਹਾਜ਼ਰੀ ਭਰੀਏ ਸਾਰੇ, ਤੇ ਨਾਲੇ ਉੱਥੇ ਹੀ ਆਪਾਂ ਵੀਰ ਅੰਮ੍ਰਿਤਪਾਲ ਸਿੰਘ ਨੂੰ ਮਿਲ ਸਕਦੇ ਹਾਂ, ਤੇ ਜਿਹੜੇ ਆਪਣੇ ਸਵਾਲ ਨੇ ਜਥੇਬੰਦੀ ਬਾਰੇ ਤੇ ਉਹ ਵੀ ਆਪਾਂ ਉੱਥੇ ਕਰ ਸਕਦੇ ਹਾਂ। ਤੇ ਫਿਰ ਬਹੁਤ ਜਲਦੀ ਕੋਸ਼ਿਸ਼ ਕਰਦੇ ਹਾਂ ਵੀ ਪਹਿਲਾਂ ਚਾਹੇ ਜ਼ਿਲ੍ਹਾ ਵਾਈਜ਼ ਇੱਕ ਗੇੜਾ ਲਾਈਏ ਸਾਰਿਆਂ ਦੇ, ਤੇ ਉੱਥੇ ਆਪਾਂ ਪਹੁੰਚ ਕੇ ਨੌਜਵਾਨਾਂ ਨੂੰ ਮਿਲਾਂਗੇ, ਤੇ ਜਿੱਥੇ ਆਪਾਂ ਪਿੰਡ ਪੱਧਰ 'ਤੇ ਇਕਾਈਆਂ ਬਣਾਵਾਂਗੇ ਉੱਥੇ ਇੱਕ ਜ਼ਿਲ੍ਹਾ ਪ੍ਰਧਾਨ ਵੀ ਜਿਹੜਾ ਆ ਉਹਦੀ ਜ਼ਿੰਮੇਵਾਰੀ ਜਿੱਦਾਂ ਵੀ ਜਥੇਬੰਦੀ ਕਰੂਗੀ ਤੇ ਉੱਦਾਂ ਉਹ ਲਾਈ ਜਾਊਗੀ। ਤੇ ਬਸ ਇੰਨੀਆਂ ਹੀ ਬੇਨਤੀਆਂ ਜੀ, ਧੰਨਵਾਦ। ਹਾਂਜੀ, ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਵੀਰ ਜੀ। ਹਾਂਜੀ, ਅੰਮ੍ਰਿਤ ਵੀਰ ਜੀ, ਜਿਵੇਂ ਕਿ ਪੰਜਾਬ ਦੇ ਵਿੱਚ ਬਹੁਤ ਹੀ ਨੌਜਵਾਨ ਨਸ਼ੇ ਦੇ ਵਿੱਚ ਡੁੱਬੇ ਚੁੱਕੇ ਨੇ, ਤੇ ਉਹਨਾਂ ਦਾ ਨਸ਼ਾ ਛਡਾਉਣ ਲਈ ਉਹਨਾਂ ਦੇ ਪਰਿਵਾਰ ਕਿਸੇ ਵੀ ਹੱਦ ਤੱਕ ਜਾ ਰਹੇ ਨੇ, 30-30, 40-40 ਹਜ਼ਾਰ, 50-50 ਹਜ਼ਾਰ ਰੁਪਈਆ ਸੈਂਟਰਾਂ ਨੂੰ ਵੀ ਦੇ ਰਹੇ ਨੇ, ਤੇ ਇਹ ਇੱਕ ਤਰ੍ਹਾਂ ਦੀ ਸੈਂਟਰਾਂ ਵੱਲੋਂ ਜਿਹੜੀ ਨਸ਼ਾ ਛਡਾਊ ਦੇ ਨਾਂ ਤੇ ਲੁੱਟ ਖਸੁੱਟ ਹੋ ਰਹੀ ਹੈ। ਇਸ ਦੇ ਉੱਤੇ ਆਪ ਜੀ ਕੋਈ ਜਵਾਬ ਜ਼ਰੂਰ ਦਿਓ। ਦੇਖੋ, ਨਸ਼ਾ ਜਿਹੜਾ ਹੈ ਉਹ ਸਰੀਰ ਦੇ ਨਾਲੋਂ ਮਨ ਦੀ ਜਿਹੜੀ ਮੁਸ਼ਕਲ ਵੱਡੀ ਹੈ, ਉਹ ਮਨ ਨੂੰ ਗੁਲਾਮ ਕਰਦਾ ਹੈ। ਸਾਨੂੰ ਇਹ ਸਮਝਣਾ ਚਾਹੀਦਾ ਵੀ ਜਿਹੜਾ ਨਸ਼ਾ ਹੈ ਉਹਨੂੰ ਛਡਾਉਣ ਦੇ ਜਿਹੜੇ ਆ 1-2 ਤਰੀਕੇ ਹੋਰ ਨੇ। ਅਸੀਂ ਇੱਕ ਜਿਹੜਾ ਵਾ ਜਗ੍ਹਾ ਸਥਾਪਿਤ ਕਰਾਂਗੇ ਜਿੱਥੇ ਜਿਹੜੇ ਨੌਜਵਾਨ ਇਸ ਨਸ਼ੇ 'ਚ ਗ੍ਰਸੇ ਗਏ ਨੇ ਉਹਨਾਂ ਨੂੰ ਅਸੀਂ ਖੁੱਲ੍ਹਾ ਸੱਦਾ ਦੇਵਾਂਗੇ, ਤੁਸੀਂ ਉੱਥੇ ਪਹੁੰਚੋ, ਬਿਨਾਂ ਕਿਸੇ ਖਰਚ ਤੋਂ ਅਸੀਂ ਉਹਨਾਂ ਦੀ ਜਿਹੜੀ ਆ ਦੇਖਭਾਲ ਕਰਾਂਗੇ। ਜਿੰਨਾ ਚਿਰ ਉਹ ਸਮਰੱਥ ਨਹੀਂ ਬਣ ਜਾਂਦੇ, ਬਾਅਦ 'ਚ ਉੱਥੇ ਨਾਮ ਬਾਣੀ ਦਾ ਜਿਹੜਾ ਪ੍ਰਕਾਸ਼ ਹੋਊਗਾ, ਉਸ ਤੋਂ ਬਾਅਦ 'ਚ ਅਸੀਂ ਉਹਨਾਂ ਨੂੰ ਇਹ ਵੀ ਪ੍ਰੇਰਿਤ ਕਰਾਂਗੇ ਵੀ ਤੁਸੀਂ ਸਿੱਖੀ ਨਾਲ ਜੁੜ ਕੇ ਗੁਰੂ ਕੇ ਸਿੰਘ ਬਣੋ ਤੇ ਆਪਣੀ ਸੰਗਤ ਬਦਲੋ, ਜਿਹਦੇ ਨਾਲ ਬਾਅਦ ਦੇ ਵਿੱਚ ਜਿਹੜਾ ਨਸ਼ਾ ਹੈ ਉਹ ਉਹਨਾਂ ਦੀ ਜ਼ਿੰਦਗੀ 'ਚੋਂ ਪੱਕੇ ਤੌਰ 'ਤੇ ਜਿਹੜਾ ਨਿਕਲ ਜੇ। ਤੇ ਇਹਦੇ ਬਾਰੇ ਅਸੀਂ ਤਿਆਰੀ ਕਰ ਰਹੇ ਹਾਂ ਆਲਰੇਡੀ, ਤੇ ਜਦੋਂ ਇਹ ਹੋ ਜਾਊਗਾ ਪ੍ਰੋਜੈਕਟ ਥੋੜ੍ਹਾ ਜਿਹਾ ਕਨਫਰਮ, ਤੇ ਉਦੋਂ ਅਸੀਂ ਪਬਲਿਕਲੀ ਅਨਾਊਂਸ ਜ਼ਰੂਰ ਕਰਾਂਗੇ ਇਹਦੇ ਬਾਰੇ। ਹਾਂਜੀ ਵੀਰ ਜੀ, 3 ਤਰੀਕ ਨੂੰ ਭਾਈ ਮੇਰੇ ਖਿਆਲ ਨਾਲ ਤੁਹਾਡੇ ਮਾਈਕ 'ਚੋਂ ਆਵਾਜ਼ ਆ ਰਹੀ ਸੀ ਵੀਰ ਜੀ, ਮਿਊਟ। 3 ਤਰੀਕ ਨੂੰ ਭਾਈ ਜਠਾਣਾ ਜੀ ਦੀ ਬਰਸੀ ਮਨਾਈ ਜਾ ਰਹੀ ਹੈ, ਤੇ ਉਸ ਦੇ ਬਾਰੇ ਆਪ ਜੀ ਸੰਗਤ ਨੂੰ ਜ਼ਰੂਰ ਦੱਸ ਦਿਓ।
ਤੇ ਤਾਂ ਕਿ ਵੱਧ ਤੋਂ ਵੱਧ ਹਾਂਜੀ 3 ਤਰੀਕ ਨੂੰ ਭਾਈ ਜਟਾਣਾ ਜੀ ਦੀ ਜਿਹੜੀ ਬਰਸੀ ਹੈ ਉਹ ਮਨਾਈ ਜਾ ਰਹੀ ਹੈ ਤੇ ਸਾਰੀ ਸੰਗਤ ਨੂੰ ਅਪੀਲ ਹੈ ਕਿ ਉਹ, ਮੈਂ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਨਾਮ ਵੀ ਦੱਸ ਦਿੰਦਾ ਕਿ ਉੱਥੇ ਪਹੁੰਚਣਾ, ਕਿ ਮੇਰੇ ਕੋਲ ਪੋਸਟਰ ਹੈਗਾ ਸੀ। ਅਸੀਂ ਵੀ ਉੱਥੇ ਜ਼ਰੂਰ ਪਹੁੰਚਾਂਗੇ ਤੇ ਇੱਥੇ ਪੋਸਟਰ ਸ਼ੇਅਰ ਕਰ ਦਿੰਦੇ ਹਾਂ ਆਪਾਂ, ਕਿਸੇ ਪ੍ਰੋਫਾਈਲ ਡੀਪੀ ਤੇ ਲਾ ਦਿਓ ਤੁਸੀਂ, ਤੇ ਉੱਥੇ ਪਹੁੰਚ ਹਾਂਜੀ ਕੇ ਹੈਗਾ ਆਪਾਂ ਬਹੁਤ। ਹਾਂ ਉਹ ਉੱਥੇ ਜਿਹੜੀ ਡਿਟੇਲ ਸਾਰੀ ਸੰਗਤ ਨੂੰ ਦੇ ਦਿਓ ਤੇ ਉੱਥੇ ਜ਼ਰੂਰ ਪਹੁੰਚਣਾ। 3 ਤਰੀਕ ਨੂੰ ਹੈ ਉਹ ਆਪਣਾ ਪ੍ਰੋਗਰਾਮ ਜਿਹੜਾ। ਹਾਂਜੀ ਬਹੁਤ ਬਹੁਤ ਧੰਨਵਾਦ ਵੀਰ ਜੀ। ਤੇ ਹੁਣ ਮੈਂ ਥੋੜੇ ਜਿਹੀ ਸੰਗਤ ਨੂੰ ਬੇਨਤੀ ਕਰਾਂਗਾ ਵੀ ਇੱਕ ਇੱਕ ਕਰਕੇ ਮੈਂ ਉੱਤੇ ਚੁੱਕੂੰਗਾ ਸਾਰਿਆਂ ਨੂੰ, ਤੇ ਆਪਣਾ ਪ੍ਰਸ਼ਨ ਥੋੜਾ ਸ਼ਾਰਟ ਰੱਖਿਓ ਤੇ ਆਪ ਜੀ ਜਦੋਂ ਫਿਨਿਸ਼ ਹੋ ਜਾਓਗੇ ਤੇ ਮੈਂ ਤੁਹਾਨੂੰ ਮੂਵ ਕਰਕੇ ਤੇ ਹੋਰ ਕਿਸੇ ਨੂੰ ਉੱਤੇ ਚੱਕ ਸਕਾਂ। ਧੰਨਵਾਦ। ਵਾਹਿ ਖਾਲਸਾ ਵਾਹਿ ਫਤਿਹ। ਕਾਲੋਂ ਭਾਜੀ ਤੁਹਾਨੂੰ ਨਾ ਮੈਂ ਬੈਕ ਚੈਨਲ ਹਾਂ- ਮੈਸੇਜ ਕੀਤਾ, ਤੁਸੀਂ ਪੜ੍ਹ ਕੇ ਜੇ ਜਵਾਬ ਦੇਣਾ ਹੋਇਆ ਤਾਂ ਦੇ ਦਿਓ, ਬਾਕੀ ਤੁਹਾਡੀ ਮਰਜ਼ੀ ਹੈ ਨਾ। ਤੁਹਾਨੂੰ ਬੈਕ ਚੈਨਲ ਮੈਸੇਜ ਕੀਤਾ, ਮਾੜਾ ਦੇਖ ਲਿਓ। ਹਾਂਜੀ ਵੀਰ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ। ਅੰਮ੍ਰਿਤਪਾਲ ਜੀ, ਬਹੁਤ ਖੁਸ਼ੀ ਹੋਈ ਹੈ ਤੁਸੀਂ ਜਿੰਨੇ ਜਜ਼ਬੇ 'ਚ, ਜਿਹੜੇ ਲਹਿਜੇ 'ਚ, ਜਿੰਨੀ ਆਨ ਨਾਲ ਵਾਪਸ ਪਰਤੇ ਹੋ, ਤੇ ਕਿਸ ਤਰ੍ਹਾਂ ਦੇ ਪਿਛੋਕੜ 'ਚੋਂ, ਕਿਸ ਤਰ੍ਹਾਂ ਦੀਆਂ ਘਟਨਾਵਾਂ ਤੇ ਪ੍ਰਸੰਗ 'ਚੋਂ, ਚਲੋ ਉਹ ਤੇ ਵਾਰ-ਵਾਰ ਆਪਾਂ ਰਿਪੀਟ ਕਰਦੇ ਨੂੰ ਚੰਗੇ ਨਹੀਂ ਲੱਗਦੇ, ਪਰ ਸਵਾਗਤ ਹੈ। ਪੰਜਾਬ ਦੇ ਇਸ ਵੇਲੇ ਖਾਸ ਕਰਕੇ ਜਿਹੜੇ ਹਾਲਾਤ ਨੇ, ਜਿਹੜੀ ਆਪਣੀ ਮਾਨਸਿਕ ਦਸ਼ਾ ਵਾ ਯੂਥ ਦੀ, ਤੇ ਉਹਨਾਂ ਦੇ ਅੰਦਰ ਬੜਾ ਇੱਕ ਤਰੰਗ ਜਿਹੜੀ ਹੈ ਨਾ, ਪੰਥਕ ਜਜ਼ਬੇ ਨੂੰ ਲੈ ਕੇ, ਉਮੀਦਾਂ ਨੂੰ ਲੈ ਕੇ ਹਲਾਰਾ ਆਇਆ ਵਾ ਤੁਹਾਡੇ ਆਉਣ ਨਾਲ, ਤੇ ਤਹਿ ਦਿਲੋਂ ਤੁਹਾਡਾ ਸਵਾਗਤ ਹੈ। ਤੇ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਦੇਖੋ, ਜਿਹੜੇ ਅਸੀਂ ਖਾਸ ਕਰਕੇ ਤੁਸੀਂ, ਤੁਹਾਡੀ ਪਰਸਨੈਲਿਟੀ, ਤੁਹਾਡੀ ਜਿਹੜੀ ਪਹਿਲੀ ਯੋਗਤਾ ਵਾ, ਉਹਦੇ ਰੈਫਰੈਂਸ 'ਚ ਵੀ ਇਹ ਸਵਾਲ ਕਰਨਾ ਬਣਦਾ ਹੈ ਕਿ ਅਸੀਂ ਜਿਹੜੇ ਇਸ ਵੇਲੇ ਸਮੇਂ 'ਚ ਰਹਿ ਰਹੇ ਹਾਂ, ਦੇਖੋ ਜਿਵੇਂ ਗੁਰਬਾਣੀ ਦਾ ਵੀ ਫਰਮਾਨ ਹੈ, ਸਾਹਿਬ ਮੇਰਾ ਨਿਤ ਨਵਾਂ, ਹੈ ਨਾ, ਜ਼ਿੰਦਗੀ ਹਰ ਪਲ ਆਪਣੇ ਆਪ ਨੂੰ ਨਵਿਆਉਂਦੀ ਹੈ। ਤੇ ਹੁਣ ਅਸੀਂ ਕਲੱਬ ਹਾਊਸ ਤੇ ਬੈਠੇ ਗੱਲ ਕਰ ਰਹੇ ਹਾਂ, ਤੇ ਜਿਹੜੀਆਂ ਕੋਈ ਵੀ ਜਿਹੜੀ ਕਮਿਊਨਿਟੀ ਆ, ਉਹ ਵੀ ਆਪਣੇ ਆਪ ਨੂੰ ਸਮੇਂ ਦੇ ਹਾਣ ਦਾ ਕਰਦੀ ਹੈ, ਚਾਹੇ ਉਹ ਜਿਸ ਤਰ੍ਹਾਂ ਤਰਜ਼ ਜ਼ਿੰਦਗੀ ਬਹੁਤ ਜ਼ਿਆਦਾ ਬਦਲੀ ਹੈ ਪਿਛਲੇ 30-40 ਸਾਲਾਂ ਦੇ ਵਿੱਚ, ਤਾਂ ਜ਼ਿੰਦਗੀ ਦੇ ਕੰਸਰਨ ਵੀ ਬਦਲੇ ਆ। ਜਿਹੜੀ ਚੀਜ਼ ਨਹੀਂ ਬਦਲੀ ਉਹ ਹੁੰਦੀ ਆ ਕਿ ਜਿਹੜੀ ਸਾਡੀ ਆਪਣੇ ਇਸ਼ਕ ਨਾਲ, ਆਪਣੇ ਕੌਮੀ ਸਰੋਕਾਰਾਂ ਦੇ ਨਾਲ ਜਿਹੜੀ ਸਾਡੀ ਵਫਾਦਾਰੀ ਆ ਜਾਂ ਕਮਿਟਮੈਂਟ ਆ, ਉਹ ਚੀਜ਼ਾਂ ਨਹੀਂ ਬਦਲਦੀਆਂ। ਪਰ ਜਿਵੇਂ ਪੁਰਾਣੇ ਸਮੇਂ 'ਚ ਅਸੀਂ ਦੇਖ ਰਹੇ ਹਾਂ ਕਿ ਪਿਛਲੇ, ਵੈਸੇ ਤਾਂ 150-200 ਸਾਲ ਤੋਂ ਹੀ, ਪਰ ਪਿਛਲੇ 70-80 ਸਾਲਾਂ ਤੋਂ ਆਪਣੀ ਕਮਿਊਨਿਟੀ ਨੇ ਬਹੁਤ ਜ਼ਿਆਦਾ ਸਟਰਗਲ ਕੀਤਾ, ਬਹੁਤ ਸ਼ਹਾਦਤਾਂ ਵੀ ਦਿੱਤੀਆਂ ਨੇ, ਇਸ ਤੋਂ ਇਲਾਵਾ ਹੋਰ ਵੀ ਬਹੁਤ ਨੁਕਸਾਨ ਜਿਹੜਾ ਜਾਨੀ ਮਾਲੀ ਵੀ ਝੱਲਿਆ ਵਾ। ਤਾਂ ਹੁਣ ਜਿਵੇਂ ਡਾਇਸਪੋਰਾ ਚੱਲ ਰਿਹਾ ਹੈ ਨਾ, ਵੀ ਅਸੀਂ ਪੰਜਾਬ ਵੀ ਛੱਡ ਕੇ ਜਾ ਰਹੇ ਹਾਂ, ਤਾਂ ਬਹੁਤ ਟੈਰੀਬਲ ਸਿਚੁਏਸ਼ਨ ਹੈਗੀ ਆ। ਤੇ ਆਪਣੀ ਜਿਹੜੀ ਕਮਿਊਨਿਟੀ ਆ, ਜੇ ਦੇਖਿਆ ਜਾਏ ਅਵੇਅਰਨੈਸ ਹੁਣ ਪਿਛਲੇ 3-4 ਸਾਲਾਂ 'ਚ ਜਿਹੜੀ ਕਿਸਾਨ ਮੂਵਮੈਂਟ ਰਹੀ ਆ, ਇਹਦੇ ਨਾਲ ਤਾਂ ਆਈ ਆ, ਪਰ ਫਿਰ ਵੀ ਜਿਹੜਾ ਇੱਕ ਜਥੇਬੰਦ ਹੋ ਕੇ ਆਪਣੇ ਆਪ ਨੂੰ ਤੇ ਇੱਕ ਡਿਸਪਲਿਨ ਦੇ ਵਿੱਚ, ਵੈਲ ਡਿਸਪਲਿਨ ਕਰਕੇ ਵਿਚਰਨਾ, ਤੇ ਆਪਣੇ ਕੌਮੀ ਸਰੋਕਾਰਾਂ ਨੂੰ ਜਿਹੜਾ ਵਾ ਉਹ ਮਤਲਬ ਕਰਨਾ, ਉਹਨੂੰ ਲਾਮਬੰਦ ਤੇ ਅਵੇਅਰਨੈਸ ਲਿਆਉਣੀ, ਇਹਨਾਂ ਚੀਜ਼ਾਂ ਦੀ ਆਪਣੇ ਘਾਟ ਰਹੀ ਆ, ਖਾਸ ਕਰ ਸਿੱਖ ਯੂਥ ਦੇ ਵਿੱਚ। ਤਾਂ ਖੜਕੂਆਂ ਵੇਲੇ ਸਿਚੁਏਸ਼ਨ ਹੋਰ ਸੀ, ਠੀਕ ਆ, ਬੜੀ ਵੱਡੀ ਲੜਾਈ ਸੀ, ਅਸਾਮੀ ਲੜਾਈ ਸੀ, ਸਾਹਮਣੇ ਬਹੁਤ ਸਟੇਟ ਸੀ, ਹੈ ਨਾ, ਆਪਾਂ ਨਿਹੱਥੇ ਸੀ, ਪਰ ਫਿਰ ਵੀ ਜਿਹੜਾ ਵਾ ਆਪਣੇ ਸਿੰਘਾਂ ਨੇ ਉਦੋਂ ਜਿਹੜਾ ਨਾ ਮਾਲ ਰੱਖਿਆ, ਲਾਜ ਰੱਖੀ ਆਪਣੇ ਪੁਰਾਣੇ ਕਿਰਦਾਰ ਦੀ। ਤੇ ਇਸ ਵੇਲੇ ਹੁਣ ਜਿਵੇਂ ਤੁਸੀਂ ਆਏ ਹੋ, ਤਾਂ ਇੱਕ ਪੂਰੀ ਤਰ੍ਹਾਂ ਖਲਾ ਆ, ਤਾਂ ਉਹ ਕਿਸਾਨ ਮੂਵਮੈਂਟ ਦੇ ਵਿੱਚ ਦੀਪ ਸਿੱਧੂ ਹੋਣੀ ਸਕਰੀਨ ਤੇ ਆਉਂਦੇ ਆ, ਤਾਂ ਪਹਿਲਾਂ ਜਿਹੜੇ ਲੋਕਾਂ ਦੇ ਨਾਲ ਕਲੱਬ ਹੋ ਕੇ ਆਉਂਦੇ ਆ, ਫਿਰ ਉਹਨਾਂ ਨਾਲ ਮਤਭੇਦ ਉੱਭਰਦੇ ਆ, ਤਾਂ ਫਿਰ ਠੀਕ ਆ, ਜਥੇਬੰਦੀ ਵੀ ਖੜੀ ਕਰਦੇ ਆ, ਪਰ ਉਸ ਤੋਂ ਪਹਿਲਾਂ ਹੀ ਚਲੋ ਉਹ ਕਿਸਮਤ 'ਚ ਨਹੀਂ ਸੀ, ਹੈ ਨਾ, ਤਾਂ ਉਹ ਸਾਡੇ 'ਚ ਨਹੀਂ ਰਹਿੰਦੇ। ਤਾਂ ਹੁਣ ਇਸ ਸਾਰੇ ਪਿਛੋਕੜ ਨੂੰ ਧਿਆਨ 'ਚ ਰੱਖ ਕੇ, ਤੇ ਜਿਹੜੀ ਇੱਕ ਆਪਣਾ ਲੈਗ ਚੱਲ ਰਿਹਾ ਵਾ ਵੀ ਸਾਨੂੰ ਇੱਕ ਜਥੇਬੰਦੀ ਜਿਹੜਾ ਵੈਲ ਡਿਸਪਲਿਨ ਕਰਕੇ, ਜਿਵੇਂ ਕੰਪੈਰੇਟਿਵਲੀ ਬਾਕੀ
ਕਮਿਊਨਿਟੀਜ਼ ਕਰ ਲੈਂਦੀਆਂ ਤੇ ਉਹ ਕਰ ਨਹੀਂ ਆਪਾਂ ਪਾ ਰਹੇ। ਤੇ ਇਹਦੇ ਬਾਰੇ ਕੀ ਸੋਚਿਆ ਤੁਸੀਂ ਕਿ ਜਾਂ ਮਤਲਬ ਕੀ ਪਲਾਨ ਆ ਤੁਹਾਡੇ ਮਨ 'ਚ ਕਿਸ ਤਰ੍ਹਾਂ ਦੇ ਉਹ ਸਾਂਝਾ ਕਰੋ ਵੀ ਜਥੇਬੰਦੀ ਨੂੰ ਅਸੀਂ ਕਿਵੇਂ ਮਜਬੂਰ ਕਰਨਾ ਗਰਾਊਂਡ ਤੇ ਤਾਂ ਸਾਡਾ ਜਿਹੜਾ ਕੋਈ ਪਾਲਿਸੀ ਪ੍ਰੋਗਰਾਮ ਏਜੰਡਾ ਜਾਂ ਸਾਡਾ ਸੰਵਿਧਾਨ ਕੀ ਹੋਏਗਾ, ਡਿਸਪਲਿਨ ਕੀ ਹੋਏਗਾ, ਕਿਸ ਤਰ੍ਹਾਂ ਜਾਂ ਕੁਛ ਕਿਤਾਬਾਂ ਵੀ ਆਪਾਂ ਰਿਕਮੈਂਡ ਕਰਾਂਗੇ ਆਪਣੇ ਹਰ ਮੈਂਬਰ ਨੂੰ ਵੀ ਹਰ ਬੰਦਾ ਲਾਜ਼ਮੀ ਪੜ੍ਹੇ ਜਾਂ ਜਿਹੜਾ ਵਾ ਰਾਗੀ ਸਿੰਘ ਜਾਂ ਮਤਲਬ ਕਿਸ ਤਰ੍ਹਾਂ ਦੀ ਅਸੀਂ ਵੀਰ ਟ੍ਰੇਨਿੰਗ ਜੀ ਕਰਾਂਗੇ ਆਪਣੇ। ਥੋੜਾ ਜਿਹਾ ਪ੍ਰਸ਼ਨ ਆਪਾਂ ਛੋਟਾ ਰੱਖ ਲਈਏ, ਸੰਗਤ ਕਾਫੀ ਹੈ ਤੇ ਹਾਂਜੀ। ਸਮਾਂ ਮੈਂ ਘੱਟ ਕਿਹਾ ਆਪਣੇ ਕਿ ਕੋਲ, ਜਿਹੜੀ ਮੈਂ ਗੱਲ ਤੇ ਕਹਿਣੀ ਉਹ ਪਲੀਜ਼। ਕਨਵੇ ਹੋਈ ਗਈ ਹੋਣੀ ਅੰਮ੍ਰਿਤਪਾਲ ਹੋਣਾ ਨੂੰ ਹਾਂਜੀ ਇਹਦੇ ਜੀ, ਬਾਰੇ ਕੁਛ। ਮੈਂ ਸਮਝ ਗਿਆ ਗੱਲ। ਦੇਖੋ, ਇਹ ਪਲਾਨ ਤੇ ਥੋੜਾ ਲੰਮਾ ਹੈ। ਪਿੰਡ ਪਿੰਡ ਜਾਣਾ ਪੈਣਾ, ਹਰ ਇੱਕ ਪਿੰਡ ਦੇ ਵਿੱਚ ਹਾਜ਼ਰੀ ਲਵਾਉਣੀ ਪੈਣੀ ਹੈ, ਨੌਜਵਾਨਾਂ ਨੂੰ ਨਾਲ ਜੋੜਨਾ ਪੈਣਾ। ਇਹੋ ਹੀ ਇੱਕੋ ਇੱਕ ਤਰੀਕਾ ਹੈ। ਮਿਹਨਤ ਬਹੁਤ ਕਰਨੀ ਪੈਣੀ ਹੈ ਜ਼ਮੀਨ ਦੇ ਉੱਤੇ। ਇਹ ਜਿਹੜਾ ਵਾ ਕਹਿਣ ਦੀ ਗੱਲ ਨਹੀਂ ਨਿਰੀ। ਤੁਸੀਂ ਪੰਜਾਬ ਦੇ ਹਰ ਨੌਜਵਾਨ ਨੂੰ ਮਿਲਣਾ ਅਸੀਂ, ਤੇ ਉਹ ਮਿਲਣੀ ਜਿਹੜੀ ਸਾਡੀ ਉਹਨਾਂ ਨੌਜਵਾਨਾਂ ਦੇ ਨਾਲ ਆ ਉਹੀ ਤੈਅ ਕਰੂਗੀ ਵੀ ਅਸੀਂ ਸੰਘਰਸ਼ 'ਚ ਕਿੰਨੇ ਕੁ ਕਾਮਯਾਬ ਹੁੰਦੇ ਹਾਂ। ਸੋ ਮੇਰੇ ਖਿਆਲ ਦੇ ਨਾਲ ਇਹੋ ਹੀ ਸਾਡਾ ਪਲਾਨ ਹੈ ਵੀ ਅਸੀਂ ਜਿਹੜਾ ਸਟਰਕਚਰ ਬਿਲਡ ਕਰਾਂਗੇ, ਜਿਹੜੇ ਬੰਦਿਆਂ ਨੂੰ ਅਸੀਂ ਅਹੁਦੇ ਦੇਵਾਂਗੇ, ਸੇਵਾ ਬਖਸ਼ ਜਿਹੜੀ ਆ ਉਹ ਜਥੇਬੰਦੀ ਸੇਵਾ ਬਖਸ਼ੂਗੀ, ਜਿਹੜੀ ਜਿਹਨੂੰ ਵੀ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜੇ ਵੀ ਬੰਦਿਆਂ ਨੂੰ, ਉਹ ਬੰਦੇ ਵੀ ਅਸੀਂ ਚੰਗੀ ਤਰ੍ਹਾਂ ਚੁਣ ਕੇ ਜਿਹੜੇ ਦੇਖੋ ਅਸੀਂ ਜ਼ਿਲ੍ਹਾ ਪ੍ਰਧਾਨ ਵੀ ਲਾਉਣ 'ਚ ਕੋਈ ਕਾਹਲੀ ਨਹੀਂ ਕੀਤੀ। ਜਿਹੜੇ ਸਾਨੂੰ ਕਨਫਰਮ ਸੀ ਵੀ ਇਹ ਬੰਦੇ ਵਾਕਿਆ ਹੀ ਜਿਹੜੇ ਆ ਨਿਰਸਵਾਰਥ ਹੋ ਕੇ ਕੌਮ ਦੀ ਸੇਵਾ ਕਰਨ ਨੂੰ ਤਿਆਰ ਨੇ, ਉਹਨਾਂ ਨੂੰ ਅਸੀਂ ਦਿੱਤੇ ਸੀ ਅਹੁਦੇ। ਹੁਣ ਜਿਹੜੇ ਬਾਕੀ ਰਹਿੰਦੇ ਨੇ ਉਹਨਾਂ ਨੂੰ ਵੀ ਅਸੀਂ ਦੇਵਾਂਗੇ। ਤੇ ਇਹ ਜ਼ਰੂਰੀ ਆ ਵੀ ਜਿਹੜਾ ਕੌਮ ਜਿਹੜਾ ਅਸੀਂ ਗਰਾਊਂਡ ਤੇ ਕੰਮ ਕਰਨਾ ਹੈ ਉਹਦਾ ਸਟਰਕਚਰ ਤਾਂ ਦੇਖੋ ਨਾਲ ਦੀ ਨਾਲ ਡਿਵੈਲਪ ਹੁੰਦਾ ਜਾਏਗਾ। ਜਿਹੜੀ ਕਮੀ ਦੀ ਤੁਸੀਂ ਗੱਲ ਕੀਤੀ ਸੀ ਵੀ ਅਸੀਂ ਮੋਬਿਲਾਈਜ਼ ਨਹੀਂ ਹੋ ਪਾਉਂਦੇ, ਉਹਦੇ ਤੇ ਅਸੀਂ ਮੇਨਲੀ ਕੰਮ ਕਰ ਰਹੇ ਹਾਂ। ਮੈਨੂੰ ਲੱਗਦਾ ਭਵਿੱਖ ਦੇ ਵਿੱਚ ਸਿੱਖ ਬਹੁਤ ਛੇਤੀ ਮੋਬਿਲਾਈਜ਼ ਹੋਣਗੇ। ਉਹ ਇਕੱਠੇ ਇੱਕ ਪਲੇਟਫਾਰਮ ਤੇ ਵੀ ਆਉਣਗੇ ਤੇ ਉਹ ਇੱਕ ਲਾਰਜਰ ਪਰਸਪੈਕਟਿਵ ਦੇ ਵਿੱਚੋਂ ਇਹ ਸੋਚਣਗੇ। ਬੇਸ਼ੱਕ ਉਹਨਾਂ ਦੇ ਇੰਟਰਨਲ ਡਿਫਰੈਂਸਿਸ ਹੋਣਗੇ, ਪਰ ਇੱਕ ਵੱਡੀ ਜਿਹੜੀ ਪਿਕਚਰ ਨੂੰ ਵੇਖ ਕੇ ਉਹ ਜਿਹੜਾ ਵਾ ਆਪਣੇ ਆਪਸੀ ਮਤਭੇਦ ਭੁਲਾ ਕੇ ਮੌਕੇ ਤੇ ਸੰਘਰਸ਼ ਜ਼ਰੂਰ ਕਰਨਗੇ ਇਕੱਠੇ ਹੋ ਕੇ। ਹਾਂਜੀ, ਗੁਰਵਿੰਦਰ ਵੀਰ ਜੀ, ਆਪ ਜੀ ਰੱਖਿਓ ਆਪ ਜੀ ਦਾ ਪ੍ਰਸ਼ਨ। ਹਾਂਜੀ, ਫਿਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਮਰਤਪਾਲ ਸਿੰਘ ਜੀ, ਮੇਰਾ ਇੱਕ ਸਵਾਲ ਆ ਜਥੇਬੰਦੀ ਨੂੰ ਲੈ ਕੇ, ਨਹੀਂ ਉਸ ਤਰ੍ਹਾਂ ਕੋਈ ਬਾਹਰੋਂ। ਬੰਦੀ ਸਿੰਘਾਂ ਦੀ ਤੁਸੀਂ ਪਹਿਲਾਂ ਗੱਲ ਕੀਤੀ ਆ, ਕਰ ਚੁੱਕੇ ਜੇ, ਉਹ ਵੀ ਥੋੜੀ ਜਿਹੀ ਮੈਂ ਵਿੱਚ ਜੋੜ ਦੇਣਾ ਨਾਲ। ਜਿਹੜੇ ਪੰਜਾਬ ਦੇ ਵਿੱਚੋਂ ਇਹਨਾਂ ਨੇ ਸਿੰਘ ਫੜੇ ਆਪਣੇ ਬੰਦੀ ਸਿੰਘ, ਜਿਹੜੇ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਆ, ਜਿਨ੍ਹਾਂ ਨੂੰ ਲੰਮਾ ਸਮਾਂ ਹੋ ਗਿਆ, ਉਹਨਾਂ ਬਾਰੇ ਤਾਂ ਸਰਕਾਰ ਦਾ ਵਿਹਾਰ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਜਿਵੇਂ ਇਹ ਡੀਲ ਕਰਦੇ ਸਿੱਖਾਂ ਨਾਲ ਜਾਂ ਕਿਵੇਂ ਜਬਰ ਕਰਦੇ ਆ। ਉਸ ਤੋਂ ਬਾਅਦ ਇਹਨਾਂ ਨੇ ਬਾਹਰੋਂ ਇੱਕ ਜਿਹੜਾ ਸਿੱਖ ਫੜਿਆ ਜੱਗੀ ਜੌਲ, 5 ਸਾਲ ਹੋ ਗਏ ਉਹਨੂੰ। ਉਹਦੇ ਵਿੱਚ ਮੈਂ ਤੁਹਾਡੇ ਕੋਲੋਂ ਇਹ ਸਵਾਲ ਪੁੱਛਣਾ ਚਾਹੁੰਦਾ ਸੀ ਕਿ ਪੰਜਾਬ ਦੇ ਵਿੱਚ ਸਿੱਖਾਂ ਦਾ ਜ਼ੋਰ ਨਹੀਂ ਚੱਲਦਾ, ਸਿੱਖ ਗੁਲਾਮ ਆ ਤੇ ਬੰਦੀ ਸਿੰਘਾਂ ਨੂੰ ਉਹਨਾਂ ਨੇ ਜ਼ਬਰਦਸਤੀ ਸਜ਼ਾਵਾਂ ਪੂਰੀਆਂ ਕਰ ਵੀ ਚੁੱਕੇ, ਜਿਹੜੇ ਉਹਨਾਂ ਨੂੰ ਫੜ ਕੇ ਰੱਖਿਆ ਹੋਇਆ, ਉਹਦੇ ਵਿੱਚ ਆਪਣੀ ਗਵਾਹ ਪੇਸ਼ ਨਹੀਂ ਚੱਲਦੀ। ਪਰ ਜੱਗੀ ਜੌਲ ਵਾਲੇ ਕੇਸ ਦੇ ਵਿੱਚ ਹੁਣ ਸਿੱਖ ਕਮਿਊਨਿਟੀ ਦੇ ਜਿਹੜੇ ਚੰਗੇ ਭਲੇ MP ਆ, ਲੀਡਰ ਆ, ਕਿ ਚੰਗੀਆਂ ਪੋਜੀਸ਼ਨਾਂ ਤੇ ਬੈਠੇ ਬਾਹਰ, ਟਵਿੱਟਰ ਤੇ ਜਿਵੇਂ ਟ੍ਰੈਂਡ ਕੀਤੇ ਆ ਇਹ ਇੱਕ ਦੋ ਵਾਰ, ਜਿਵੇਂ ਹੈਸ਼ਟੈਗ ਕਰਕੇ ਜਾਂ ਉਹਨਾਂ ਨੇ ਵੀ ਚਲਾਈਆਂ, ਪਰ ਉਹਦੇ 'ਚ ਕਾਮਯਾਬੀ ਨਹੀਂ ਮਿਲੀ ਕੋਈ। ਉਸ ਤੋਂ ਬਾਅਦ ਹੁਣ ਜਿਹੜੇ UK ਦੀ ਸਰਕਾਰ ਦਾ ਜਿਹੜਾ ਦੋਗਲਾ ਚਿਹਰਾ ਇੱਕ ਸਾਹਮਣੇ ਆਉਂਦਾ ਵਾ ਵੀ ਜਿਹੜਾ ਉੱਥੋਂ ਦਾ ਬੋਰਿਸ ਜੌਨਸਨ ਸੀ, ਜਿਹੜਾ ਪ੍ਰਧਾਨ ਮੰਤਰੀ ਸੀ, ਤੇ ਥੈਰੇਸਾ ਮੇ ਸੀ, ਉਹਨਾਂ ਨੇ ਉਹਦੀ ਰਿਹਾਈ ਲਈ ਕਹਿੰਦੇ ਸੀ ਕਿ ਮੋਦੀ ਨਾਲ ਗੱਲ ਕੀਤੀ ਆ ਇੰਡੀਅਨ ਗੌਰਮੈਂਟ ਨਾਲ। ਪਰ ਹੁਣ ਜਿਹੜੀ ਰੀਸੈਂਟਲੀ ਕੱਲ ਪਰਸੋਂ ਖਬਰ ਬਾਹਰ ਆਈ ਸੀ ਨਿਕਲ ਕੇ ਕਿ ਉੱਥੋਂ ਦੀ ਜਿਹੜੀ ਇੰਟੈਲੀਜੈਂਸ ਏਜੰਸੀਆਂ, ਉਹਨਾਂ ਨੇ ਖਬਰ ਦਿੱਤੀ ਸੀ ਇਹਨਾਂ ਨੂੰ, ਉਹਦੀ ਜਾਣਕਾਰੀ ਦਿੱਤੀ ਜੱਗੀ ਜੌਲ ਦੀ। ਤੇ ਇਹਦੇ ਵਿੱਚ ਸਿੱਖਾਂ ਦਾ ਇਹ ਮੇਰਾ ਪ੍ਰਸ਼ਨ ਸੀ ਕਿ ਉੱਥੋਂ ਜਿਹੜੇ ਬਾਹਰ ਵਾਸਤੇ ਸਿੱਖ ਆ, ਚੰਗੇ ਭਲੇ ਲੀਡਰ ਆ ਜਿਹੜੇ, ਜਾਂ ਉਸ ਤਰ੍ਹਾਂ ਵੀ ਜਿਹੜੇ ਪਾਵਰਫੁਲ ਸਿੱਖ ਆ, ਕੋਈ ਸਿੱਖਾਂ ਦਾ ਜ਼ੋਰ ਨਹੀਂ ਜਾਂ ਸਿੱਖ ਅਜੇ ਉਸ ਮੁਕਾਮ ਤੇ ਪਹੁੰਚੇ ਨਹੀਂ ਗੇ ਜਿੱਥੇ ਉਹਨਾਂ ਦੀ ਆਵਾਜ਼ ਕਿਤੇ ਪਹੁੰਚਦੀ ਹੋਵੇ ਕਿਸੇ ਦੂਜੇ ਦੇਸ਼ ਦੀ ਸਰਕਾਰ ਤੱਕ, ਜਾਂ ਕੁਛ ਪੱਲੇ ਪੈਂਦਾ ਹੋਵੇ ਕਿ ਨਹੀਂ ਪੈਂਦਾ ਅਜੇ ਤੱਕ, ਮਤਲਬ ਉਹ ਪੋਜੀਸ਼ਨ ਤੇ ਹੋਇਆ ਨਹੀਂ ਡਾਇਸਪੋਰਾ ਜੀ। ਦੇਖੋ, ਡਾਇਸਪੋਰਾ ਬੜਾ ਪਾਵਰਫੁਲ ਹੈ। ਪ੍ਰੋਬਲਮ ਸਿੱਖਾਂ ਦੀ ਜਿਹੜੀ ਪ੍ਰੋਬਲਮ ਹੈ ਬਾਹਰ ਦੇ ਸਿੱਖਾਂ ਦੀ, ਉਹ ਬੜੀ ਜਿਹੜੀ ਪੋਲੀਟਿਕਸ ਕਰਦੇ ਨੇ ਲੈਫਟ ਰਾਈਟ ਦੀ ਬਾਈਨਰੀਜ਼ ਦੇ ਵਿੱਚ, ਤੇ ਮੋਸਟਲੀ ਲੈਫਟ ਵੱਲ ਉਹਨਾਂ ਦਾ ਝੁਕਾਅ ਹੈ। ਹੋ ਕੀ ਰਿਹਾ ਵੀ ਸਿੱਖ ਆਪਣੇ ਆਪ ਨੂੰ ਸੈਕੂਲਰ ਦਿਖਾਉਣ ਦੇ ਚੱਕਰ ਦੇ ਵਿੱਚ ਆਪਣੀ ਕਮਿਊਨਿਟੀ ਦੀਆਂ ਜਿਹੜੀਆਂ ਕੁਝ ਲੋੜਾਂ ਨੇ, ਜਾਂ ਉਹਨਾਂ ਦੀ ਜਿਹੜੀ ਆਇਡੈਂਟੀਟੀ ਦਾ ਜਿਹੜਾ ਕ੍ਰਾਈਸਿਸ ਚੱਲ ਰਿਹਾ ਸਿੱਖਾਂ ਦਾ,
ਉਹਨੂੰ ਐਡਰੈਸ ਕਰਨਾ ਹੀ ਭੁੱਲ ਜਾਂਦੇ ਆ। ਉਹ ਲੋਕਾਂ ਨੂੰ ਇੰਨੇ ਪਲੀਜ਼ ਕਰਨ ਤੇ ਲੱਗੇ ਹੋਏ ਆ ਮਾਸਸ ਨੂੰ, ਵੀ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਸਿੱਖ ਜਿਹੜੀ ਮੁਸ਼ਕਲਾਂ ਦੇ ਵਿੱਚ ਘਿਰੇ ਆ, ਜਾਂ ਉਹਨਾਂ ਦੀ ਜਿਹੜੀਆਂ ਆਉਣ ਵਾਲੀਆਂ ਨਸਲਾਂ ਬਾਹਰ ਕਿਹੜੀ ਪ੍ਰੋਬਲਮ ਨੂੰ ਫੇਸ ਕਰਨਗੀਆਂ। ਮਤਲਬ ਆਪਣੇ ਸਿਧਾਂਤਾਂ ਨੂੰ ਆਪ ਡਿਲਿਊਟ ਕਰਨ ਨੂੰ ਤੁਰੇ ਆ, ਸਿਰਫ ਲੋਕਾਂ ਨੂੰ ਪਲੀਜ਼ ਕਰਨ ਵਾਸਤੇ, ਖੁਸ਼ ਕਰਨ ਵਾਸਤੇ। ਸੋ ਮੇਰੇ ਖਿਆਲ ਦੇ ਨਾਲ ਜਿਹੜੀ ਪੀਪਲ ਪਲੀਜ਼ਿੰਗ ਮੈਂਟੈਲਿਟੀ ਆ ਜਿਹੜੀ ਸਿੱਖਾਂ ਦੀ ਇਸ ਵੇਲੇ, ਖਾਸ ਕਰ ਡਾਇਸਪੋਰਾ ਲੀਡਰਸ਼ਿਪ ਆ ਜਿਹੜੀ ਸਿੱਖਾਂ ਦੀ, ਉਹਨਾਂ ਦੀ, ਉਹਨੂੰ ਬਦਲਣਾ ਚਾਹੀਦਾ। ਲੈਫਟ ਰਾਈਟ ਦੀ ਬਾਈਨਰੀ ਚੋਂ ਬਾਹਰ ਨਿਕਲ ਕੇ ਸਿੱਖ ਸਿਰਫ ਅਗਲੇ 10 ਸਾਲ ਤੱਕ ਕਿਸੇ ਹੋਰ ਇੰਟਰਨੈਸ਼ਨਲ ਮੁੱਦੇ ਤੇ ਬੋਲਣ ਦੀ ਲੋੜ ਨਹੀਂ। ਜਿਹੜੀ ਕਮਿਊਨਿਟੀ ਹੈ ਉਹਨੂੰ ਸੈਲਫ ਸੈਂਟਰਡ ਹੋ ਕੇ ਸਿਰਫ ਸਿੱਖਾਂ ਦੇ ਮੁੱਦਿਆਂ ਤੇ ਗੱਲ ਕਰਨੀ ਚਾਹੀਦੀ ਹੈ। ਉਹਦੇ ਨਾਲ ਹੋਊਗਾ ਕੀ ਵੀ ਭਵਿੱਖ ਦੇ ਵਿੱਚ ਜਿਹੜਾ ਵਾ ਉਹ ਆਪਣਾ ਕੀ ਨਾਂ ਲਈਦਾ ਵਾ, ਉਹ ਜਿਹੜੀ ਸਿੱਖ ਪੋਲੀਟਿਕਸ ਆ ਉਹ ਸਿੱਖ ਪੋਲੀਟਿਕਸ ਰਹੂਗੀ, ਨਾ ਕਿ ਸਿੱਖ ਜਿਹੜੀ ਪੋਲੀਟਿਕਸ ਆ ਉਹ ਕਿਸੇ ਹੋਰ ਕਮਿਊਨਿਟੀ ਨੂੰ ਜਾਂ ਵੈਸੇ ਹੀ ਵਰਲਡ ਨੂੰ ਸਰਵ ਕਰਨ ਵਾਲੀ ਪੋਲੀਟਿਕਸ ਬਣ ਕੇ ਰਹੂਗੀ। ਬਾਹਰ ਦੇ ਸਿੱਖਾਂ ਦੀ ਇਹ ਪ੍ਰੋਬਲਮ ਹੈ। ਜਿਹੜਾ ਜੱਗੀ ਜੌਲ ਦਾ ਕੇਸ ਆ, ਮੈਨੂੰ ਲੱਗਦਾ ਵੀ ਉਹਨਾਂ ਦੇ ਵਕੀਲਾਂ ਨੂੰ ਦੱਸਣਾ ਚਾਹੀਦਾ ਵੀ ਉਹ ਕੇਸ ਦੀ ਪੋਜੀਸ਼ਨ ਕੀ ਹੈ, ਤੇ ਜਿਹੜਾ ਬਾਹਰ ਦਾ ਡਾਇਸਪੋਰਾ ਸਿੱਖ ਬੈਠੇ ਨੇ ਉਹਨਾਂ ਨੂੰ ਆਪਣੇ ਜਿਹੜੇ ਵੀ ਸਿੱਖ ਲੀਡਰਸ਼ਿਪ ਹੈ ਜਾਂ ਵੈਸੇ ਵੀ ਦੂਜੇ ਲੀਡਰਸ ਨੇ ਜਿਹੜੇ, ਉਹਨਾਂ ਦੇ ਪ੍ਰੈਸ਼ਰ ਪਾਉਣਾ ਚਾਹੀਦਾ, ਪ੍ਰੋਟੈਸਟ ਲਿਖਣੇ ਚਾਹੀਦੇ ਨੇ, ਪ੍ਰੋਟੈਸਟ ਲਿਖ ਕੇ ਜੱਗੀ ਜੌਲ ਦੀ ਰਿਹਾਈ ਦੀ ਮੰਗ ਕਰਨੀ ਚਾਹੀਦੀ ਹੈ। ਜੀ ਮਿਹਰਬਾਨੀ। ਹਾਂਜੀ, ਆਪਣੇ ਨਾਲ ਸਿੰਦਰ ਸਿੰਘ ਜੀ ਖਾਲਸਾ ਜੁੜੇ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਰੱਖੋ ਖਾਲਸਾ ਜੀ। ਧੰਨਵਾਦ ਜੀ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੜੀ ਖੁਸ਼ੀ ਆ ਕਿ ਵੀਰ ਅੰਮ੍ਰਿਤਪਾਲ ਨੇ ਬਹੁਤ ਵੱਡਾ ਇੱਕ ਕਦਮ ਚੁੱਕਿਆ, ਜਿਹਦੀ ਲੋੜ ਸੀਗੀ ਬਹੁਤ ਜ਼ਿਆਦਾ। ਤਾਂ ਮੈਂ ਕੁਛ ਬੇਨਤੀਆਂ ਰੱਖਣੀਆਂ ਚਾਹੁੰਦਾ ਹਾਂ ਕਿ ਪਿਛਲੇ ਸਮੇਂ ਤੋਂ ਕਾਫੀ ਦੇਖਿਆ ਹੈ ਕਿ ਜਿਹੜਾ ਇੱਕ ਕਿਸਾਨੀ ਸੰਘਰਸ਼ ਸੀਗਾ ਉਹਦੇ ਵਿੱਚ ਜਿਹੜੇ ਕਾਮਰੇਡ ਸੀਗੇ ਉਹਨਾਂ ਨੇ ਕਿਸਾਨ ਦੇ ਨਾਂ ਥੱਲੇ ਕਾਮਰੇਡਾਂ ਨੇ ਆਪਣੀ ਸੋਚ ਵੀ ਬਿਲਡ ਕੀਤੀ, ਤੇ ਨਾਲ ਦੀ ਨਾਲ ਉਹ ਕਾਫੀ ਸਾਡਾ ਇਤਿਹਾਸਕ ਅਤੇ ਗੁਰਬਾਣੀ ਨੂੰ ਵੀ ਕਾਫੀ ਤੋੜ ਮਰੋੜ ਕਰ ਰਹੇ। ਹੁਣ ਉਹਨਾਂ ਵੱਲੋਂ ਜਿਹੜਾ ਇਹ ਕੰਮ ਕੀਤਾ ਜਾ ਰਿਹਾ, ਇੱਕ ਕਿ ਬਾਬਾ ਬੰਦਾ ਸਿੰਘ ਬਹਾਦਰ ਨਾਂ ਰੱਖ ਕੇ ਜਾਂ ਇਹੋ ਜਿਹੇ ਤਰੀਕੇ ਨਾਲ ਵੀ ਉਹ ਸਾਡੇ ਸਿੱਖਾਂ ਦੇ ਵਿੱਚ, ਸਾਡੇ ਸਿੱਖਾਂ ਨੂੰ, ਕਿਉਂਕਿ ਪੰਜਾਬ ਦਾ ਉਹ ਵਰਗ ਆ ਜਿਹੜਾ ਪੰਜਾਬ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਦੀ ਛੱਡ ਨਹੀਂ ਸਕਦਾ। ਸੋ ਉਹਨਾਂ ਨੇ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੀ ਇਸ ਤਰੀਕੇ ਨਾਲ ਇਸਤੇਮਾਲ ਕਰਨਾ ਸਿੱਖਾਂ ਨੂੰ, ਤੇ ਮੈਨੂੰ ਲੱਗਦਾ ਵੀ ਉੱਥੇ ਕਿਤੇ ਨਾ ਕਿਤੇ ਅਸੀਂ ਕੋਈ ਖਾਲੀ ਥਾਂ ਛੱਡ ਦਿੱਤੀ ਸੀਗੀ। ਜਿਹੜੀ ਇੱਕ ਕਿਸਾਨੀ ਸੰਘਰਸ਼ ਵਾਲੀ ਥਾਂ ਸੀਗੀ, ਉੱਥੇ ਕਿਤੇ ਨਾ ਕਿਤੇ ਕੋਈ ਸਿੱਖਾਂ ਦਾ ਹੀ ਆਪਣਾ ਇੱਕ ਚਾਹੀਦਾ ਸੀਗਾ ਵੀ ਜਿਹੜਾ ਉਹ ਕਿਸਾਨਾਂ ਦੀ ਗੱਲ ਸੁਣੇ। ਤੇ ਮੈਂ ਥੋੜਾ ਜਿਹਾ ਉਹਦੇ ਵਿੱਚ ਅਜੇ ਮੈਂ ਇਹ ਤਾਂ ਨਹੀਂ ਕਹਿ ਸਕਦਾ ਵੀ ਤੁਸੀਂ ਕਰੋ, ਕਿਉਂਕਿ ਹਜੇ ਬਹੁਤ ਕੁਛ ਤੁਹਾਡੇ ਕੋਲੋਂ ਪਹਿਲਾਂ ਲਿਖਿਆ ਹੋਇਆ, ਪਰ ਮੈਂ ਸਿਰਫ ਇਹ ਰੱਖਣਾ ਚਾਹੁੰਦਾ ਨਾਲ ਦੀ ਨਾਲ ਵੀ ਤੁਸੀਂ ਥੋੜਾ ਜਿਹਾ ਜੇ ਇਹਦੇ ਤੇ ਵੀ ਧਿਆਨ ਰੱਖੋ, ਤੇ ਇਹਨਾਂ ਸਾਰੇ ਕਿਸਾਨਾਂ ਦੇ ਵਿੱਚ ਦੀ ਆਪਾਂ ਜਿਹੜੀਆਂ ਸਾਡੀਆਂ ਪਿੰਡਾਂ ਦੇ ਵਿੱਚੋਂ ਪ੍ਰੋਬਲਮਾਂ ਨਿਕਲਦੀਆਂ ਆ, ਜਿੱਥੋਂ ਲੋਕਾਂ ਨੇ ਜੁੜਨਾ ਸਾਡੇ ਨਾਲ, ਉੱਥੇ ਸਾਡੇ ਕੋਲੋਂ ਪਹੁੰਚਣ ਦਾ ਸਭ ਤੋਂ ਵਧੀਆ ਸੰਘਰਸ਼ ਨੂੰ ਇੱਕ ਸਿੱਖ ਦੀ ਤੌਰ ਤੇ ਵੀ ਨਾਲ ਕੇ ਕੋਈ ਏਦਾਂ ਜਥੇਬੰਦੀ ਵੱਖਰਾ ਕੀਤੀ ਜਾਵੇ, ਜਾਂ ਇਹਦੇ ਵਿੱਚ ਕੋਈ ਏਦਾਂ ਦਾ ਪਲਾਨ ਰੱਖਿਆ ਜਾਵੇ, ਕਿਉਂਕਿ ਨਾ ਹੀ ਵਾਰਸ ਪੰਜਾਬ ਦੇ ਆ, ਨਾ ਬਹੁਤ ਸੋਹਣਾ ਦਿੱਤਾ ਹੋਇਆ, ਤੇ ਮਿਹਨਤ ਵੀਰਦੀਪ ਸਿੱਧੂ ਦੀ ਬਹੁਤ ਵੱਡੀ ਕੀਤੀ ਹੋਈ ਆ ਜਿਹੜੀ, ਤੇ ਮੈਂ ਨਹੀਂ ਸਿੱਖ ਬੀਬੀ ਜਿਹੜੀ ਸੀਗੀ ਜਿਹਨੂੰ ਅਗਵਾਹ ਕੀਤਾ ਗਿਆ ਪਾਕਿਸਤਾਨ, ਤੇ ਉਹਦੇ ਤੇ ਸਾਰੇ ਵੀਰਾਂ ਨੂੰ ਜ਼ੋਰ ਦਿਓ ਕਿ ਥੋੜਾ ਜਿਹਾ ਪ੍ਰੈਸ਼ਰ ਜ਼ਰੂਰ ਬਿਲਡ ਕਰਨ ਇਹੋ ਜਿਹੇ ਕੰਮਾਂ। ਦੇਖੋ, ਜਿਹੜੀ ਤੁਸੀਂ ਅਖੀਰ ਤੇ ਗੱਲ ਕੀਤੀ ਹੈ, ਮੈਂ ਇਹ ਸਿੱਖਾਂ ਨੂੰ ਅਪੀਲ ਕਰਦਾ ਵੀ ਗੁਲਾਮੀ ਦੀ ਨਿਸ਼ਾਨੀ ਇਹ ਹੁੰਦੀ ਹੈ ਵੀ ਤੁਸੀਂ ਕਿਤੇ ਵੀ ਸੇਫ ਨਹੀਂ ਹੁੰਦੇ। ਤੁਹਾਡਾ ਕਲਚਰ, ਤੁਹਾਡੀ ਸੱਭਿਅਤਾ, ਤੁਹਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਜਿਹੜੀ ਹੈ ਉਹ ਕਿਸੇ ਵੀ ਦੇਸ਼ 'ਚ ਚਲ ਜਾਓ ਤੁਸੀਂ, ਉੱਥੇ ਉਹ ਸੁਰੱਖਿਅਤ ਨਹੀਂ ਹੁੰਦੀ। ਜਿਹੜਾ ਪਾਕਿਸਤਾਨ 'ਚ ਕੋਈ ਪਹਿਲੀ ਘਟਨਾ ਨਹੀਂ ਹੈਗੀ, ਬਹੁਤ ਵਾਰ ਇਹ ਘਟਨਾਵਾਂ ਵਾਪਰ ਚੁੱਕੀਆਂ ਵੀ ਜਿੱਥੇ ਸਿੱਖ ਕੁੜੀਆਂ ਨੂੰ ਜਗਰੂਮ ਕਰਕੇ ਜਾਂ ਉਹਨਾਂ ਨੂੰ ਕਿਡਨੈਪ ਕਰਕੇ ਉਹਨਾਂ ਦਾ ਧਰਮ ਤਬਦੀਲ ਕਰਾਇਆ ਜਾਂਦਾ ਤੇ ਉਹਨਾਂ ਨੂੰ ਜ਼ਬਰਦਸਤੀ ਵਿਆਹ ਲਿਆ ਜਾਂਦਾ। ਨਾ ਕੋਈ ਪ੍ਰਸ਼ਾਸਨ ਕਿਸੇ ਦੀ ਗੱਲ ਸੁਣਦਾ, ਤੇ ਡਰ ਦੇ ਅਧੀਨ ਕੁੜੀਆਂ ਵੀ ਜਿਹੜੀਆਂ ਉਹ ਬੋਲਣ ਨੂੰ ਡਰ ਜਾਂਦੀਆਂ ਨੇ, ਪਰਿਵਾਰਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਤੋ ਇਹ ਆ ਵੀ ਜਿਹੜੀ ਕੌਮ 20-20 ਹਜ਼ਾਰ ਕੁੜੀਆਂ ਜਿਹੜੀਆਂ ਨੇ ਉਹ ਛੁਡਾ ਕੇ ਲਿਆ ਕੇ ਲੋਕਾਂ ਦੇ ਘਰਾਂ 'ਚ ਦਿੰਦੀ ਸੀ, ਅੱਜ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਇੱਦਾਂ ਅਬਡਕਟ ਕਰਕੇ ਇਹ ਕੰਮ ਹੋ ਰਿਹਾ, ਤੇ ਸਾਨੂੰ ਆਪਣੀ ਗੁਲਾਮੀ ਦਾ ਆਲਮ ਸਮਝਣਾ ਚਾਹੀਦਾ। ਇਸੇ ਕਰਕੇ ਅਸੀਂ ਕਹਿੰਦੇ ਹਾਂ ਵੀ ਜਿਹੜੀ ਆਜ਼ਾਦੀ ਦੀ ਲੜਾਈ ਉਹ ਇੰਨੀ ਜ਼ਰੂਰੀ ਤਾਂ ਹੈ ਵੀ ਇਸ ਤੋਂ ਬਿਨਾਂ ਕੋਈ ਤੁਹਾਡੀ ਸਮਾਜ 'ਚ ਇੱਜ਼ਤ ਨਹੀਂ ਰਹਿੰਦੀ।
ਇਸ ਤੋਂ ਬਿਨਾਂ ਕੋਈ ਤੁਹਾਡੀ ਰਿਸਪੈਕਟ ਨਹੀਂ ਕਰਦਾ। ਸੋ ਇਹ ਜ਼ਰੂਰੀ ਹੈ ਆਪਾਂ ਇਹ ਗੱਲ ਨੂੰ ਸਮਝ ਲਈਏ ਵੀ ਚਾਹੇ ਪਾਕਿਸਤਾਨ ਹੋਵੇ, ਚਾਹੇ ਹਿੰਦੁਸਤਾਨ ਹੋਵੇ, ਚਾਹੇ ਦੁਨੀਆ ਦਾ ਕੋਈ ਹੋਰ ਮੁਲਕ ਹੋਵੇ, ਜਿੰਨਾ ਚਿਰ ਤੁਹਾਡਾ ਆਪਣਾ ਘਰ ਤਗੜਾ ਨਹੀਂ, ਜਿੰਨਾ ਚਿਰ ਤੁਹਾਡਾ ਆਪਣਾ ਰਾਜ ਤਗੜਾ ਨਹੀਂ, ਉਨਾ ਚਿਰ ਤੁਹਾਡੀ ਕਿਤੇ ਢੋਈ ਨਹੀਂ ਮਿਲ ਸਕਦੀ ਤੁਹਾਨੂੰ। ਇਸ ਕਰਕੇ ਜਿਹੜਾ ਇਹ ਸੰਘਰਸ਼ ਹੋਰ ਵੀ ਜ਼ਰੂਰੀ ਬਣ ਜਾਂਦਾ। ਹਾਂਜੀ ਵੀਰ ਜੀ, ਇੱਕ ਹੋਰ ਥੋੜੇ ਜਿਹੇ ਵਾਹਵਾ ਪ੍ਰਸ਼ਨ ਸੀ ਆਪਣੇ ਕੋਲ, ਪਰ ਸਮਾਂ ਘੱਟ ਆ ਤੇ ਮੈਂ ਤੁਹਾਨੂੰ ਪੁੱਛ ਹੀ ਲਵਾਂ ਇਸ ਵੇਲੇ ਕਿ ਸੰਗਤ ਦਾ ਪਿਆਰ ਬਹੁਤ ਹੈ, ਤੇ ਜਿਵੇਂ ਕਿ ਦੀਪਵੀਰ ਦੀ ਫੋਟੋ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡ ਰਾਣਾ ਨਾਲ ਜੋੜ ਕੇ ਵਾਇਰਲ ਜਦੋਂ ਪਾਈ ਜਾਂਦੀ ਸੀ ਸੋਸ਼ਲ ਮੀਡੀਆ ਤੇ, ਜਾਂ ਫਿਰ ਤੁਹਾਡੀ ਫੋਟੋ ਦੀਪਵੀਰੇ ਨਾਲ ਪਾਈ ਜਾਂਦੀ ਸੀ, ਪਾਈ ਜਾ ਰਹੀ ਆ ਹੁਣ ਵੀ, ਤੇ ਉਸ ਬਾਰੇ ਜ਼ਰੂਰ ਆਪਣੀ ਇੱਕ ਸਟੇਟਮੈਂਟ ਦਿਓ, ਕਿਉਂਕਿ ਸੰਗਤ ਤੇ ਆਪਣੇ ਵੱਲੋਂ ਪਿਆਰ ਹੀ ਜਤਾਉਂਦੀ ਹੈ, ਪਰ ਉਹਦਾ ਕਿਤੇ ਨਾ ਕਿਤੇ ਥੋੜਾ ਜਿਹਾ ਨੈਗੇਟਿਵ ਪਰਸਪੈਕਟਿਵ ਵੀ ਕਈਆਂ ਵੱਲੋਂ ਕਮੈਂਟਾਂ ਦੇ ਵਿੱਚ ਦਿੱਤਾ ਜਾਂਦਾ। ਦੇਖੋ ਅਸੀਂ ਮੈਂ ਕਹਿ ਦਿੰਦਾ ਵੀ ਨਾ ਅਸੀਂ ਦੀਪ ਦੀ ਜੁੱਤੀ ਵਰਗੇ ਹਾਂ, ਨਾ ਉਹਦੇ ਪੈਰਾਂ ਤੇ ਲੱਗੇ ਧੂੜ ਵਰਗੇ ਹਾਂ। ਸਾਨੂੰ ਉਹਨਾਂ ਦੇ ਬਰਾਬਰ ਨਾ ਤੇ ਖੜਾ ਕੀਤਾ ਜਾਵੇ ਤੇ ਨਾ ਅਸੀਂ ਹੋਣਾ ਚਾਹੁੰਦੇ ਹਾਂ। ਸੋ ਇਹ ਸੰਗਤ ਨੂੰ ਬੇਨਤੀ ਹੈ। ਠੀਕ ਹੈ, ਸੰਗਤ ਦੀ ਮਨਸ਼ਾ ਕੁਛ ਵੀ ਹੋ ਸਕਦੀ ਹੈ, ਅਸੀਂ ਇਹੋ ਬੇਨਤੀ ਕਰਦੇ ਹਾਂ ਕਿ ਸਾਡਾ ਕਿਸੇ ਨਾਲ ਕੰਪੈਰੀਜ਼ਨ ਨਾ ਕੀਤਾ ਜਾਵੇ। ਹਰ ਇੱਕ ਬੰਦੇ ਦਾ ਜੀਵਨ ਵੱਖਰਾ ਹੁੰਦਾ, ਸੰਘਰਸ਼ ਵੱਖਰਾ ਹੁੰਦਾ ਹੈ। ਜਿਨ੍ਹਾਂ ਹਸਤੀਆਂ ਨੇ ਆਪਣੀ ਜਾਨ ਕੁਰਬਾਨ ਕਰਤੀ, ਸ਼ਹੀਦੀ ਦੇ ਦਿੱਤੀ ਹੈ, ਉਹਨਾਂ ਦਾ ਮੁਕਾਮ ਬਹੁਤ ਉੱਚਾ ਹੋ ਜਾਂਦਾ ਹੈ। ਸੋ ਕਿਸੇ ਜਿਉਂਦੇ ਬੰਦੇ ਨੂੰ ਉਹਨਾਂ ਦੇ ਨਾਲ ਮਿਲਾਉਣਾ ਤੇ ਵੈਸੇ ਵੀ ਚੰਗੀ ਗੱਲ ਨਹੀਂ। ਸੋ ਇਹੋ ਹੀ ਬੇਨਤੀ ਹੈ ਵੀ ਅਸੀਂ ਕਿਸੇ ਵੀ ਸ਼ਹੀਦ ਨੂੰ ਦੂਜੇ ਸ਼ਹੀਦ ਦੇ ਨਾਲ ਨਾ ਮਿਲਾਈਏ। ਸੰਤਾਂ ਦੀ ਹਸਤੀ ਤਾਂ ਬਹੁਤ ਹੀ ਜ਼ਿਆਦਾ ਉੱਚੀ ਹੈ। ਦੀਪ ਦੀ ਅਸੀਂ ਕਦੇ ਸੰਤਾਂ ਨਾਲ ਤੁਲਨਾ ਨਹੀਂ ਕੀਤੀ। ਜਦੋਂ ਫੋਟੋਆਂ ਲੱਗੀਆਂ ਸਨ ਉਹ ਇਸ ਕਰਕੇ ਲੱਗੀਆਂ ਸਨ ਵੀ ਜਿਹੜੇ ਮਾਰਗ ਤੇ ਸੰਤਾਂ ਨੇ ਕੌਮ ਨੂੰ ਤੋਰਿਆ, ਦੀਪ ਬਾਈ ਨੇ ਉਸੇ ਮਾਰਗ ਤੇ ਚੱਲ ਕੇ ਸ਼ਹਾਦਤ ਦਿੱਤੀ ਹੈ। ਅਸੀਂ ਉਸ ਮਾਰਗ ਤੇ ਤੁਰ ਰਹੇ ਹਾਂ। ਜੋ ਮਹਾਰਾਜ ਅੱਗੇ ਬਖਸ਼ਿਸ਼ ਕਰਨਗੇ ਉਸ ਹਿਸਾਬ ਨਾਲ, ਪਰ ਹਾਲੇ ਸਾਡੀ ਕੋਈ ਕਮਾਈ ਨਹੀਂ। ਸਾਨੂੰ ਕਿਸੇ ਵੀ ਤਰੀਕੇ ਦੇ ਨਾਲ ਏਦਾਂ ਕੰਪੈਰੀਜ਼ਨ ਸਾਡਾ ਨਾ ਕੀਤਾ ਜਾ। ਹਾਂਜੀ ਕੱਕੇ ਵੀਰ ਜੀ, ਆਪ ਜੀ ਰੱਖਿਓ ਆਪਦਾ ਪ੍ਰਸ਼ਨ ਤੇ ਫਿਰ ਆਪਾਂ ਗਿੱਲ ਵੀਰ ਵੱਲ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੇ ਦੋ ਸਵਾਲ ਨੇ ਜੀ ਅਮਰਪਾਲ ਜੀ। ਇੱਕ ਸਭ ਤੋਂ ਪਹਿਲਾ ਜਿਹੜਾ ਸਵਾਲ, ਚਲੋ ਇੱਕ ਤਾਂ ਵੀਰ ਉਹਨਾਂ ਨੇ ਕਹਿਤਾ ਵੀ ਜਿਹੜਾ ਕੰਟੈਕਟ ਜਿਹੜਾ ਆ ਨਾ ਉਹ ਥੋੜਾ ਜਿਹਾ ਈਜ਼ੀ ਕੀਤਾ ਜਾਵੇ, ਕਿਉਂਕਿ ਅਸੀਂ ਵੀ ਬੜੀ ਟਰਾਈ ਕੀਤੀ ਤੇ ਕੰਟੈਕਟ ਨਹੀਂ ਹੋ ਪਾਇਆ। ਇੱਕ ਸਵਾਲ ਮੇਰਾ ਇਹ ਹੈ ਜੀ ਕਿ ਜਿਹੜੇ ਸਾਨੂੰ ਜਥੇਬੰਦੀ ਦੇ ਰੂਪ ਵਿੱਚ, ਇੱਕ ਤਾਂ ਸਾਡੀ ਵਾਰਸ ਪੰਜਾਬ ਜਥੇਬੰਦੀ ਹੈ, ਕਿ ਇਹਦੇ ਵਿੱਚੋਂ ਅਸੀਂ ਥੋੜੀਆਂ ਹੋਰ ਜਥੇਬੰਦੀਆਂ ਜਿਵੇਂ ਇਸੇ ਜਥੇਬੰਦੀ ਦੇ ਅੰਡਰ, ਇਸੇ ਬੈਨਰ ਦੇ ਥੱਲੇ ਇੱਕ ਪ੍ਰਚਾਰ ਦੇ ਲਈ, ਇੱਕ ਨਗਰਾਂ ਦੇ ਵਿੱਚ ਪੜਾਅ ਦੇ ਲਈ, ਜਾਂ ਨਗਰਾਂ ਦੇ ਵਿੱਚ ਇੱਕ ਫੇਰੇ ਦੇ ਲਈ ਇੱਕ ਸਾਨੂੰ ਇਸ ਤਰੀਕੇ ਦੀ ਜਥੇਬੰਦੀ ਜਾਂ ਕੁਛ ਸਿੰਘਾਂ ਦੀਆਂ ਡਿਊਟੀਆਂ ਇਸ ਤਰੀਕੇ ਨਾਲ ਲਾਈਆਂ ਜਾਣ, ਤਾਂ ਕਿ ਇਹ ਚੀਜ਼ਾਂ ਜਿਹੜਾ ਪੜਾਅ ਆ ਅੰਮ੍ਰਿਤਪਾਲ ਵੀਰ ਦਾ ਉਹ ਸਾਰੇ ਪੰਜਾਬ ਦੇ ਵਿੱਚ ਹੋ ਸਕਦਾ। ਠੀਕ ਹੈ ਜੀ। ਦੂਸਰਾ ਜਿਹੜਾ ਮੇਰਾ ਕੁਐਸਚਨ ਸੀਗਾ ਜੀ ਉਹ ਇਹ ਹੈਗਾ ਕਿ ਜਿੰਨਾ ਵੀ ਸਾਡਾ ਜਿਹੜਾ ਆਲੇ ਦੁਆਲੇ ਵਾਲੇ ਮੋਰਚੇ ਚੱਲਦੇ ਆ, ਵਾਰਸ ਪੰਜਾਬ ਜਥੇਬੰਦੀ ਹਰ ਇੱਕ ਦੇ ਵਿੱਚ ਸ਼ਮੂਲੀਅਤ ਕਰੂਗੀ, ਜੋ ਵੀ ਸਾਡੇ ਆਲੇ ਦੁਆਲੇ ਜਿੰਨੇ ਵੀ ਮੋਰਚੇ ਜੋ ਪੰਜਾਬ ਦੇ ਲਈ ਚੱਲ ਰਹੇ ਹਨ। ਹਾਂਜੀ ਦੇਖੋ ਜਥੇਬੰਦੀ ਜਿਹੜੇ ਵੀ ਫੀਲਡ 'ਚ ਜਾਊਗੀ ਉਹ ਵਾਰਸ ਪੰਜਾਬ ਦੇ ਨਾਮ ਹੇਠ ਸੰਘਰਸ਼ ਕਰੂਗੀ ਪੋਲੀਟੀਕਲ ਲਾਈਨ ਦੇ ਵਿੱਚ। ਤੇ ਚਲੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਡੇ ਅਲਾਈਜ਼ ਨੇ, ਉਹਨਾਂ ਦੇ ਨਾਲ ਮਿਲ ਕੇ ਅਸੀਂ ਜਿਹੜਾ ਵਾ ਉਹ ਉਹਨਾਂ ਦੀ ਹਮਾਇਤ ਦੇ ਵਿੱਚ ਅਸੀਂ ਹੈਗੇ ਹਾਂ ਆਲਰੇਡੀ, ਉਹ ਦੱਸਣ ਦੀ ਲੋੜ ਨਹੀਂ ਕਿਸੇ ਨੂੰ। ਤੇ ਵੈਸੇ ਜੇ ਸਟੂਡੈਂਟ ਪੋਲੀਟਿਕਸ ਦੀ ਗੱਲ ਹੋਊਗੀ ਜਾਂ ਹੋਰ ਕਿਸੇ ਮਸਲੇ ਦੀ ਗੱਲ ਹੋਊਗੀ ਤਾਂ ਉਹਦੇ 'ਚ ਅਸੀਂ ਜ਼ਰੂਰ ਜਾਵਾਂਗੇ। ਉਹਦੇ 'ਚ ਵਾਰਸ ਪੰਜਾਬ ਦੇ ਬੈਨਰ ਹੇਠ ਹੀ ਅਸੀਂ ਜਾਵਾਂਗੇ ਤੇ ਉੱਥੇ ਜਾ ਕੇ ਜਿਹੜੀ ਆ ਉੱਥੇ ਸਿੱਖੀ ਦਾ ਜੋ ਪ੍ਰਚਾਰ ਹੈ, ਜੋ ਪੰਜਾਬ ਦੇ ਹੱਕਾਂ ਦੀ ਗੱਲ ਹੈ ਉਹ ਕਰਾਂਗੇ। ਦੂਜੀ ਗੱਲ ਜਿਹੜਾ ਪੰਜਾਬ ਲੈਵਲ ਦੇ ਉੱਤੇ ਪ੍ਰਚਾਰ ਕਰਨ ਦੀ ਗੱਲ ਹੈ ਉਹ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹ ਛੇਤੀ ਔਰਗਨਾਈਜ਼ ਹੋ ਜੇ, ਤੇ ਆਪਣੀ ਕੋਸ਼ਿਸ਼ ਇਹ ਹੋਊਗੀ ਵੀ ਸਾਰੇ ਪੰਜਾਬ ਦਾ ਦੌਰਾ ਕੀਤਾ ਜਾਵੇ, ਕੋਈ ਵੀ ਇਲਾਕਾ ਐਸਾ ਨਾ ਹੋਵੇ ਜਿੱਥੇ ਆਪਾਂ ਨਾ ਪਹੁੰਚੀਏ। ਤੇ ਬਾਕੀ ਜਿਹੜੇ ਆਲੇ ਦੁਆਲੇ ਸਾਡੇ ਮੋਰਚੇ ਲੱਗੇ ਨੇ ਉਹਨਾਂ 'ਚ ਜਾਣਾ ਸਾਡਾ ਨੈਤਿਕ ਫਰਜ਼ ਹੈ। ਜਦੋਂ ਵੀ ਸਮਾਂ ਹੋਇਆ, ਜਿੱਥੇ ਵੀ ਸਾਨੂੰ ਲੱਗਾ ਵੀ ਇੱਥੇ ਹੁਣ ਜਾਣਾ ਜ਼ਰੂਰੀ ਹੈ, ਜੇ ਜਾਣਾ ਚਾਹੀਦਾ ਤਾਂ ਉੱਥੇ ਜ਼ਰੂਰ ਪਹੁੰਚਾਂਗੇ। ਵੀਰ ਜੀ ਸੌਰੀ, ਇੱਕ ਮਾਫ ਕਰਨਾ, ਇੱਕ ਸਵਾਲ ਮੈਂ ਛੋਟਾ ਜਿਹਾ ਹੋਰ ਰੱਖਣ ਲੱਗਿਆ। ਕੀ ਸਾਨੂੰ ਸਟੂਡੈਂਟ ਪੋਲੀਟਿਕਸ ਦੇ ਲਈ ਚਾਹੇ ਸਾਡੀ ਸਿੱਖ ਸਟੂਡੈਂਟ ਫੈਡਰੇਸ਼ਨ ਆ ਉਹਨੂੰ ਮੁੜ ਸਰਜੀਤ ਕਰਨਾ, ਜਾਂ ਕਿਸੇ ਨਵੀਂ ਜਿਹੜੀ ਜਾਂ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਹੀ ਕੋਈ ਸਟੂਡੈਂਟ ਵਿੰਗ ਇੱਕ ਬਣਾ ਕੇ ਰੱਖਣਾ? ਕਿਉਂਕਿ ਕਾਮਰੇਡ ਜਿਹੜਾ ਤਬਕਾ ਇਹਨਾਂ ਨੇ ਬਹੁਤ ਗੰਦ ਪਾਇਆ ਹੋਇਆ ਕਾਲਜ ਯੂਨੀਵਰਸਿਟੀਆਂ ਦੇ ਵਿੱਚ, ਸੋ ਇਹਨਾਂ ਨੂੰ ਕਾਊਂਟਰ ਕਰਨ ਦੇ ਲਈ ਕਿਤੇ ਨਾ ਕਿਤੇ ਸਾਨੂੰ ਜਾਂ ਤਾਂ ਸਾਡੀ ਸਿੱਖ ਸਟੂਡੈਂਟ ਫੈਡਰੇਸ਼ਨ ਮੁੜ ਸਰਜੀਤ ਕਰਨੀ ਪਏਗੀ,
ਤੇ ਜਾਂ ਕੋਈ ਜਥੇਬੰਦੀ ਹੋਰ ਜਾਣੀ ਕਿ ਕਿਸੇ ਆਪਣੇ ਚਾਹੇ ਇਸ ਬੈਨਰ ਦੇ ਹੇਠ ਹੀ ਅਸੀਂ ਕੰਮ ਕਰ ਸਕਦੇ, ਇਹਦੇ ਬਾਰੇ ਜ਼ਰੂਰ ਆਪ ਜੀ ਵਿਚਾਰ ਰੱਖੋ ਕਿ ਜ਼ਰੂਰੀ ਹੈ ਜੀ। ਹਾਂਜੀ ਬਾਈ ਜੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਜਿਹੜੀਆਂ ਜਥੇਬੰਦੀਆਂ ਸਿੱਖ ਜਥੇਬੰਦੀਆਂ ਇਹਨਾਂ ਫੀਲਡ 'ਚ ਆਲਰੇਡੀ ਕੰਮ ਕਰ ਰਹੀਆਂ ਨੇ ਤੇ ਚੰਗਾ ਕੰਮ ਕਰ ਰਹੀਆਂ ਨੇ, ਅਸੀਂ ਕੋਸ਼ਿਸ਼ ਤੇ ਕਰਾਂਗੇ ਵੀ ਅਸੀਂ ਉਹਨਾਂ ਦੇ ਨਾਲ ਅਲਾਇੰਸ ਕਰਕੇ ਹੀ ਚੱਲੀਏ, ਉਹਨਾਂ ਦੀ ਸਪੇਸ ਨੂੰ ਅਸੀਂ ਨਾ ਨੁਕਸਾਨ ਪਹੁੰਚਾਈਏ ਜਾਂ ਉਹਨਾਂ ਦੀ ਸਪੇਸ ਮੱਲਣ ਦਾ ਸਾਡਾ ਕੋਈ ਇਰਾਦਾ ਨਹੀਂ, ਨਾ ਕੋਈ ਅਸੀਂ ਮਨਸ਼ਾ ਨਾ ਮਕਸਦ ਹੈ। ਤੇ ਇਹ ਕੰਮ ਅਸੀਂ ਉੱਥੇ ਕਰਾਂਗੇ ਜਿੱਥੇ ਸਿੱਖ ਜਥੇਬੰਦੀਆਂ ਜਿਹੜੀ ਉਹਨਾਂ ਦੀ ਸਪੇਸ ਸਾਡੀ ਜਥੇਬੰਦੀ ਦੀ ਸਪੇਸ ਖਾਲੀ ਹੈ ਜਾਂ ਵੈਕਿਊਮ ਹੈ, ਜਾਂ ਜਿੱਥੇ ਕਾਮਰੇਡ ਜਥੇਬੰਦੀਆਂ ਜਿਹੜੀਆਂ ਉੱਥੇ ਡੋਮੀਨੇਟ ਕਰ ਰਹੀਆਂ ਉੱਥੇ ਅਸੀਂ ਜ਼ਰੂਰ ਜਾਵਾਂਗੇ। ਤੇ ਬਾਕੀ ਅਸੀਂ ਅਲਾਇੰਸ ਵੀ ਕਰਾਂਗੇ ਤੇ ਹੋ ਸਕਦਾ ਵੀ ਅਸੀਂ ਜਿੱਥੇ ਜਥੇਬੰਦੀਆਂ ਸਿੱਖ ਜਥੇਬੰਦੀਆਂ ਉਹਨਾਂ ਦੇ ਨਾਲ ਵੀ ਮਿਲ ਕੇ ਚੱਲੀਏ। ਇਹ ਤੇ ਭਵਿੱਖ ਸਮਾਂ ਦੱਸੂਗਾ ਵੀ ਇਹ ਕਿੱਦਾਂ ਚੱਲੇਗਾ ਪ੍ਰੋਗਰਾਮ। ਕਾਲੂ ਸਾਹਿਬ, ਮੈਂ ਇੱਕ ਬੇਨਤੀ ਕਰਨੀ ਆ ਵੀ ਮੈਨੂੰ ਹੁਣ ਜਾਣਾ ਪੈਣਾ, ਮਾਫੀ ਚਾਹੁੰਦਾ ਮੈਂ ਤੁਹਾਨੂੰ ਸਮਾਂ ਦਵਾ ਦਿੱਤਾ, ਪਰ ਉਹ ਕਾਫੀ ਹੋ ਗਿਆ। ਕੋਈ ਗੱਲ ਨਹੀਂ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੀ ਸੰਗਤ ਨੂੰ ਸਮਾਂ ਦੇਣ ਦੇ ਲਈ। ਤੇ ਆਪਾਂ ਜਿਹੜੇ ਬਾਕੀ ਕੁਐਸਚਨ ਸੰਗਤ ਦੇ ਰਹਿ ਗਏ ਨੇ ਉਹ ਆਪਾਂ ਫੇਰ ਕਿਸੇ ਦਿਨ ਜਦੋਂ ਤੁਸੀਂ ਫ੍ਰੀ ਹੋਵੋਗੇ ਤੇ ਜ਼ਰੂਰ ਆਪਾਂ ਤੁਹਾਨੂੰ ਪੁੱਛਾਂਗੇ। ਤੇ ਬਹੁਤ ਬਹੁਤ ਧੰਨਵਾਦ ਵੀਰ ਜੀ, ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।